हेलो फ्रेंड्स, सत श्री अकाल साਰਿਆਂ ਨੂੰ। मैं नैंसी बजाज ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਪੰਜਾਬ ਕਲਾਸਿਸ ਜਲਾਲਾਬਾਦ ਦੇ ਆਨਲਾਈਨ ਪਲੇਟਫਾਰਮ ਉੱਪਰ। ਇਸ ਤੋਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਪਣੇ ਜਿਹੜੇ ਕੁਝ ਪੁਰਾਣੇ ਪੇਪਰਸ ਆਏ ਹੋਏ ਹੈ ਉਹਨਾਂ ਬਾਰੇ। ਅੱਜ ਆਪਾਂ ਫਿਰ ਇੱਥੇ ਉਸਦੇ ਸੈਕੰਡ ਡੇ ਦੀ ਉਸ ਸੀਰੀਜ਼ ਦੇ ਸੈਕੰਡ ਡੇ ਦੇ ਵਿੱਚ ਆਪਾਂ ਕੁਝ ਹੋਰ ਕੁਐਸਚਨਸ ਨੂੰ ਡਿਸਕਸ ਕਰਾਂਗੇ ਜਿਹੜੇ ਕਿ ਆਪਣੇ ਪੁਰਾਣੇ ਪੇਪਰ ਦੇ ਵਿੱਚ ਆਏ ਹੋਏ ਆ ਤੇ ਆਪਾਂ ਉਹਦੇ ਇੱਕ ਸਿਸਟਮ ਨੂੰ ਉਹਦੇ ਜਿਹੜਾ ਇੱਕ ਸਟਰਕਚਰ ਹੈ ਇਸ ਪੇਪਰ ਦੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਚਲੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ। We can think of language as one of the mental organs which in coordination with other mental organs carries out cognitive processes. This is attributable to। सब तो पहला ਆਪਾਂ ਗੱਲ ਕਰਨੀ ਹੈ ਕਿ क्वेश्चन ਨੂੰ ਸਮਝਣਾ ਹੈ। ਮੈਂ ਉਸ ਦਿਨ ਇਹੀ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਆਪਾਂ क्वेश्चन ਨੂੰ ਸਮਝਣਾ ਹੈ, ਫਿਰ ਆਪਾਂ ਉਹਦੇ ਆਪਸ਼ਨਸ ਉੱਤੇ ਆਣਾ ਹੈ। We can think of language as one of the mental organ। ਇੱਥੇ ਗੱਲ ਹੋਈ ਹੈ mental organ ਦੀ। mental organ means ਕਿ organ ਕੀ ਹੁੰਦਾ ਹੈ? organs ਹੋ ਗਏ ਜਿਹੜੇ ਆਪਣੇ ਪਾਰਟਸ ਹੁੰਦੇ ਆ, ਬੋਡੀ ਪਾਰਟਸ ਜਿਹੜੇ ਹੋ ਗਏ ਆਪਣੇ ਜਿਹੜੇ ਇੰਟਰਨਲ organs ਹੋ ਗਏ। mental organ ਉਹਨਾਂ ਨੇ ਕਿਹਾ ਕਿ ਲੈਂਗੁਏਜ ਨੂੰ ਉਹਨਾਂ ਨੇ ਕੀ ਕਿਹਾ ਕਿ ਇੱਕ ਮੈਂਟਲ ਆਰਗਨ ਦੀ ਗੱਲ ਕੀਤੀ ਹੈ। ਲੈਂਗੁਏਜ ਨੂੰ ਮੈਂਟਲ ਆਰਗਨ ਉਹਨਾਂ ਨੇ ਮੰਨਿਆ ਵਿਚ ਇਨ ਕੋਆਰਡੀਨੇਸ਼ਨ ਵਿਦ ਅਦਰ ਮੈਂਟਲ ਆਰਗਨ, ਜਿਹੜਾ ਕਿ ਹੋਰ ਮੈਂਟਲ ਆਰਗਨ ਦੇ ਨਾਲ ਮਿਲ ਕੇ ਹੋਰ ਉਹਨਾਂ ਨਾਲ ਕੋਆਰਡੀਨੇਟ ਕਰਕੇ ਕੈਰੀਜ਼ ਦੀ ਕੋਗਨੀਟਿਵ ਪ੍ਰੋਸੈਸ। ਕੋਗਨੀਟਿਵ ਪ੍ਰੋਸੈਸ ਆਪਣਾ ਜਿਹੜਾ ਮੈਂਟਲ ਪ੍ਰੋਸੈਸ ਹੈ ਉਹਦੇ ਆਪਣੇ ਉਸ ਪ੍ਰੋਸੈਸ ਨੂੰ ਅੱਗੇ ਚਲਾਉਂਦਾ, ਉਸ ਪ੍ਰੋਸੈਸ ਨੂੰ ਅੱਗੇ ਕੈਰੀ ਕਰਦਾ। ਦਿਸ ਇਜ਼ ਐਟਰੀਬਿਊਟੇਬਲ ਟੂ। ਇਹ ਚੀਜ਼ ਕਿਹਨੇ ਦਿੱਤੀ ਸੀ, ਕਿਹਨੇ ਕਹੀ ਹੈ? ਨੋਮ ਚੋਮਸਕੀ, ਪ੍ਰੋਫੈਸਰ WF ਮੈਕੀ, ਪ੍ਰੋਫੈਸਰ ਕਿਟਸਨ, DA ਵਿਲਕਨ। ਹਾਂਜੀ, ਨੋਮ ਚੋਮਸਕੀ ਦੀ ਗੱਲ ਕਰੀਏ ਤਾਂ ਨੋਮ ਚੋਮਸਕੀ ਕੌਣ ਹੈ? ਨੋਮ ਚੋਮਸਕੀ ਅਮਰੀਕਨ ਪ੍ਰੋਫੈਸਰ ਹੋਏ ਹੈ। ਨੋਮ ਚੋਮਸਕੀ ਅਮਰੀਕਨ ਪ੍ਰੋਫੈਸਰ ਹੈ ਜਿਹੜੇ ਕਿ ਇੱਕ ਬਹੁਤ ਹੀ ਅੱਛੇ ਲਿੰਗੁਇਸਟ ਸੀ। ਉਹਨਾਂ ਨੇ ਆਪਾਂ ਨੂੰ ਜਨਰੇਟਿਵ ਗ੍ਰਾਮਰ ਔਰ ਯੂਨੀਵਰਸਲ ਗ੍ਰਾਮਰ ਦੇ ਜਿਹੜਾ ਕਨਸੈਪਟ ਹੈ ਉਹ ਦਿੱਤਾ। ਉਹਨਾਂ ਨੂੰ ਆਪਾਂ ਫਾਦਰ ਆਫ ਮਾਡਰਨ ਲਿੰਗੁਇਸਟ ਵੀ ਕਹਿੰਦੇ। ਉਹਨਾਂ ਨੇ ਹੀ ਬੁੱਕ ਲਿਖੀ ਸੀ ਸਿੰਟੈਕਟਿਕ ਸਟਰਕਚਰ। ਪ੍ਰੋਫੈਸਰ WF ਮੈਕੀ, ਪ੍ਰੋਫੈਸਰ WF ਮੈਕੀ ਜਿਹੜੇ ਹੈ ਉਹ ਵੀ ਇੱਕ ਅਮਰੀਕਨ ਲਾਇਰ ਐਂਡ ਪੋਲੀਟੀਸ਼ੀਅਨ ਹੋਏ ਹੈ ਤੇ ਉਹਨਾਂ ਨੇ ਆਪਾਂ ਨੂੰ ਬੁੱਕ ਦਿੱਤੀ ਸੀ ਲੈਂਗੁਏਜ ਟੀਚਿੰਗ ਐਨਾਲਿਸਿਸ। ਪ੍ਰੋਫੈਸਰ ਕਿਟਸਨ, ਪ੍ਰੋਫੈਸਰ ਕਿਟਸਨ ਜਿਹਦਾ ਦਾ ਫੁੱਲ ਨੇਮ ਹੈ ਪ੍ਰੋਫੈਸਰ ਐਲਿਸਨ ਕਿਟਸਨ, ਉਹ ਇੱਕ ਐਸੋਸੀਏਟ ਪ੍ਰੋਫੈਸਰ ਸੀ ਐਜੂਕੇਸ਼ਨ ਦੇ। ਤੇ DA ਵਿਲਕਨ, DA ਵਿਲਕਨ ਜਿਹਦਾ ਦਾ ਫੁੱਲ ਨੇਮ ਹੈ ਡੇਵਿਡ A ਵਿਲਕਨ, ਜਿਹੜੇ ਕਿ ਖੁਦ ਇੱਕ ਬਹੁਤ ਅੱਛੇ ਲਿੰਗੁਇਸਟ ਹੋਏ ਹੈ। ਤੇ ਆਪਾਂ ਗੱਲ ਕਰੀਏ ਕਿ ਇਹ ਵਾਲਾ ਜਿਹੜਾ ਆਪਣਾ ਮੀਨਸ ਕਿ ਕਨਸੈਪਟ ਹੈ ਕਿ ਜਿੱਥੇ ਉਹਨਾਂ ਨੇ ਗੱਲ ਕੀਤੀ ਕਿ ਲੈਂਗੁਏਜ ਨੂੰ ਇੱਕ ਮੈਂਟਲ ਆਰਗਨ ਮੰਨਿਆ, ਜਿੱਥੇ ਕਿ ਲੈਂਗੁਏਜ ਨੂੰ ਇੱਕ ਮੈਂਟਲ ਆਰਗਨ ਮੰਨਿਆ, ਉਹ ਵਾਲਾ ਕਨਸੈਪਟ ਕਿਹਨੇ ਦਿੱਤਾ ਹੈ? ਉਹ ਆਪਾਂ ਨੂੰ ਕਨਸੈਪਟ ਦਿੱਤਾ ਹੈ ਨੋਮ ਚੋਮਸਕੀ। ਨੋਮ ਚੋਮਸਕੀ ਕੀ ਕਹਿੰਦੇ ਸੀ? ਜਿਹੜੇ ਉਹਨਾਂ ਦੇ ਕਨਸੈਪਟ ਹੈ ਉਹਨਾਂ ਦੇ ਅਕੋਰਡਿੰਗਲੀ ਨੋਮ ਚੋਮਸਕੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਕਨਸੈਪਟ ਉਹਨਾਂ ਨੇ ਆਪਾਂ ਨੂੰ ਇੱਕ ਕਨਸੈਪਟ ਦਿੱਤਾ ਸੀ ਲੈਡ ਦਾ। ਲੈਡ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ। ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ ਉਹਨਾਂ ਦਾ ਕੀ ਮੰਨਣਾ ਸੀ ਕਿ ਨੋਮ ਚੋਮਸਕੀ ਕਹਿੰਦੇ ਆ ਕਿ ਜਿਹੜੀ ਇੱਕ ਮੀਨ ਕਿ ਹਿਊਮਨ ਹੈ, ਹਿਊਮਨ ਦੇ ਮਾਈਂਡ ਦੇ ਵਿੱਚ ਇੱਕ ਜਿਹੜਾ ਆ ਡਿਵਾਈਸ ਹੁੰਦੀ ਹੈ ਜਿਹਨੂੰ ਕਿਉਂ ਕਹਿੰਦੇ ਆ ਲੈਂਗੁਏਜ ਐਕੁਇਜ਼ੀਸ਼ਨ ਦੀ, ਕਿ ਜਿਹੜੀ ਆਟੋਮੈਟਿਕਲੀ ਉਹ ਇੱਕ ਡਿਵਾਈਸ ਜਿਹੜੀ ਹੈ ਲੈਂਗੁਏਜ ਨੂੰ ਐਕਵਾਇਰ ਕਰਦੀ ਹੈ। ਸੋ ਇੱਥੇ ਵੀ ਉਹਨੇ ਗੱਲ ਕੀ ਕੀਤੀ ਹੈ? ਮੈਂਟਲ ਆਰਗਨ ਦੀ। ਤੇ ਇੱਥੇ ਪਰ ਕੀ ਗੱਲ ਕੀਤੀ? ਡਿਵਾਈਸ। ਡਿਵਾਈਸ ਉਹੀ ਚੀਜ਼ ਹੋ ਗਈ ਨਾ ਕਿ ਇੱਕ ਆਰਗਨ ਹੈ। ਉਹਨਾਂ ਦਾ ਮੰਨਣਾ ਇਹ ਸੀ ਕਿ ਇੱਕ ਆਰਗਨ ਹੈ ਆਪਣੇ ਮਾਈਂਡ ਦੇ ਅੰਦਰ, ਆਪਣੇ ਬ੍ਰੇਨ ਦੇ ਅੰਦਰ, ਜਿਹੜਾ ਕਿ ਲੈਂਗੁਏਜ ਨੂੰ ਐਕਵਾਇਰ ਕਰਦਾ। ਇਸ ਲਈ ਉਹਨਾਂ ਨੇ ਕਿਹਾ ਕਿ ਜੀ ਲੈਂਗੁਏਜ ਹੈ ਉਹਨੇ ਐਜ਼ ਅ ਮੈਂਟਲ ਆਰਗਨ ਡਿਸਕ੍ਰਾਈਬ ਕੀਤਾ। ਨਾ ਜੀ ਆਪਾਂ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਇਜ਼ ਕੰਬਾਈਨਿੰਗ ਐਲੀਮੈਂਟਸ ਆਫ ਡਿਫਰੈਂਟ ਲੈਂਗੁਏਜ in the same sentence is an example of। ਕਿ ਇੱਕ ਸੇਮ ਸੈਂਟੈਂਸ ਦੇ ਵਿੱਚ ਅਲੱਗ-ਅਲੱਗ ਲੈਂਗੁਏजेस ਦੇ ਐਲੀਮੈਂਟ ਨੂੰ ਇਕੱਠਾ ਕਰਨਾ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਫਸਟ ਆਪਸ਼ਨ ਹੈ ਸੋਸ਼ਲ ਲਿੰਗੁਇਸਟਿਕ। ਸੋਸ਼ਲ ਲਿੰਗੁਇਸਟਿਕ ਦਾ ਮਤਲਬ ਕੀ ਹੁੰਦਾ ਹੈ? ਸੋਸ਼ਲ ਲਿੰਗੁਇਸਟਿਕ ਦਾ ਮਤਲਬ ਹੈ ਕਿ ਸੁਸਾਇਟੀ ਦਾ ਇਫੈਕਟ ਲੈਂਗੁਏਜ ਦੇ ਉੱਪਰ। ਸੁਸਾਇਟੀ ਦਾ ਕੀ ਇਫੈਕਟ ਪੈਂਦਾ ਹੈ
लैंग्वेज के ऊपर। नैक्सट है कोड स्विचिंग। इतने अपनी सोसाइटी के हर एलीमेंट की गल करते सिर्फ टॉपिक की नहीं, हर एलीमेंट की हर एलीमेंट का की इफेक्ट पैदा है लैंग्वेज के ऊपर। नैक्सट है कोड स्विचिंग। कोड स्विचिंग का मतलब की होंगे, कोड स्विचिंग का मतलब है कि जो आप कोई सेंटेंस बोल रहे हैं वो कोई एक अद्धा वर्ड किसी दूसरी लैंग्वेज का ले लीए, उन्होंने आप कहने कोड स्विचिंग। जिदा कि एग्जाम्पल ले लीए, आप जो कोई भी सेंटेंस बोलते हैं पंजाबी आप बोल रहे हैं तो वो कोई एक अद्धा वर्ड, जिदा कि मैं हम गल कर रही हूँ कि मैं वो एक अद्धा वर्ड वर्ड वैसे जो पंजाबी की गल करा तो वो अखर होंगे, लेकिन मैं की किया कि एक अद्धा वर्ड जोड़ा आप यूज करिए तो उन्होंने आप कहने कोड स्विचिंग। नैक्सट आ गया कोड मिक्सिंग। कोड मिक्सिंग, कोड मिक्सिंग भी जोड़ा वो कोड स्विचिंग की तरह हो गया, लेकिन कोड मिक्सिंग और कोड स्विचिंग के थोड़ा जहा डिफरेंस है। मैं डिफरेंस कर रही हूँ, पहले आप गल कर लीए डायलैक्ट की, फिर आने कोड मिक्सिंग। डायलैक्ट, डायलैक्ट की कहते हैं जिदा कि आप कहने अपनी बोली। डायलैक्ट की होंगे, एक तो हो गई लैंग्वेज, एक होंगे डायलैक्ट। लैंग्वेज की है आप कहने भाषा, ठीक है, एक अपना मीन की अपने आइडियाज नू सामने रखने के लिए एक मीडियम जो हो गया वो अपनी हो गई लैंग्वेज। डायलैक्ट की है, डायलैक्ट भी है आप कहते पंजाबी में कहने आप बोली। ਹੁਣ ਕਿਹਾ ਜਾਵੇ ਦੇਖਿਆ ਜਾਵੇ ਇੱਕ ਨੋਰਮਲ ਉਹਦੇ ਵਿੱਚ ਆਪਾਂ ਕਹੀਏ ਆਪਾਂ ਇਹ ਕਹਾਂਗੇ ਕਿ ਭਾਸ਼ਾ ਤੇ ਬੋਲੀ ਦਾ ਡਿਫਰੈਂਸ ਕੀ ਹੈ। ਭਾਸ਼ਾ ਤੇ ਬੋਲੀ ਦਾ ਡਿਫਰੈਂਸ ਇਹ ਹੈ ਕਿ भाषा जी है उन्होंने आप रिटन रूप में दिने आ, बोली जी है मीन की डायलैक्ट की होंगे किसी स्मॉल एरिया एक पर्टिकुलर बोली या मीन की जी कोई एक पर्टिकुलर लैंग्वेज बोली जाती है उन्होंने आप कहने डायलैक्ट। मीन की जी लैंग्वेज होंगी है वो एक अपनी लिपि होंगी है, वो एक अपनी स्क्रिप्ट होंगी है, लेकिन डायलैक्ट की कोई अपनी स्क्रिप्ट नहीं होंगी। डायलैक्ट जी एक पर्टिकुलर एरिया बोली जाती है, जिसका कि आप एग्जाम्पल लीए कि अपने पंजाब की गल करिए, अपना पंजाब के पंजाबी बोलते हूँ तुम पंजाब में ही लै लो वो एक एरिया पंजाबी किसी होर तरीके बोली जाती है, मीन की पंजाबी जी थोड़ी जी होर है। दूसरे एरिया में जाओगे उन्होंने पंजाबी होर है, थोड़ा जहा होर अगे पिछे चले जाओ उन्होंने पंजाबी होर है। मीन की सेम चीज नू ही आप डिस्क्राइब करने अलग अलग वर्ड जोड़े यूज करते हैं। पंजाबी जी है वो एक लैंग्वेज है, वो आप कहिए कि मलवई भाषा आ गई है, दुआबा वाली अपनी भाषा आ गई, वो जी है वो की हो जाती है, वो हो जाती है डायलैक्ट जी कि स्मॉल एरिया जी है यूज की जाती है, स्मॉल एरिया जी है बोली जाती है, उन्होंने आप कहने डायलैक्ट। हाँ जी हूँ आ जाइए कोड मिक्सिंग की। मैं गल की कि कोड स्विचिंग की होंगे, कोड स्विचिंग का मतलब है जो कि एक सेंटेंस कोई जो कोई गल कर रहे एक सेंटेंस कोई एक अद्धा वर्ड या कोई आप दूसरी लैंग्वेज के वर्ड को यूज कर लिया। कोड मिक्सिंग की होंगी है गल करते टाइम एक अद्धा सेंटेंशियल मीन की दो लैंग्वेजेस नू इकट्ठा कर लेना, उन्होंने आप कहने कोड मिक्सिंग। कोड मिक्सिंग और कोड स्विचिंग के कोई ज्यादा डिफरेंस नहीं है। कोड मिक्सिंग और कोड स्विचिंग का डिफरेंस यही है कि ये एक तरह वर्ड जो है वो चेंज होता है, ये पूरा सेंटेंस चेंज हो जाता है। उन्होंने किया कंबाइनिंग एलिमेंट्स ऑफ डिफरेंट लैंग्वेजेस इन द सेम सेंटेंस इज एन एग्जांपल ऑफ, आंसर आएगा कोड मिक्सिंग। कोड मिक्सिंग की एग्जांपल होंगी है, फॉर एग्जांपल जिदा कि मैं एग्जांपल दिनी है, मैं बाजार जा रही थी एंड आई मेट सुधा। मैं बाजार जा रही थी एंड आई मेट सुधा। पहला मैं गल की पंजाबी मैं बाजार जा रही थी, वो मैं एंड वर्ड यूज किया एंड आई मेट सुधा, मैं इंग्लिश और पंजाबी नू कंबाइन कर दिता, वो हो गया कोड मिक्सिंग। हाँ जी नेक्स्ट आ जाइए, नेक्स्ट गल करिए आप in a deductive method of teaching grammar we proceed from। जो आप ग्रामर का डिडक्टिव मैथड यूज करते हैं, डिडक्टिव मैथड यूज करते हैं तो आप किधरों किधर वाल जाते हैं, स्ट्रक्चर टू सेंटेंस वाल, वर्ड्स टू सेंटेंस वाल, रूल्स ऑफ एग्जांपल्स वाल या एग्जांपल्स टू रूल्स वाल। इसमें होना चाहिए कि रूल्स टू एग्जांपल वाल या एग्जांपल्स टू रूल वाल। स्ट्रक्चर टू सेंटेंस पहला एक स्ट्रक्चर देना फिर एक सेंटेंस को तैयार करने के पहला वर्ड्स आ गए फिर उन्होंने तैयार किया। इतने भी गल कही कि वर्ड्स टू सेंटेंस की छोटे छोटे वर्ड्स को मिला के फिर एक सेंटेंस बनाना, फिर पहला वर्ड्स भी
इनफॉर्मेशन देनी, फिर उस तो बाद हौली हौली जिहड़ा है सेंटेंस की इनफॉर्मेशन देनी, या फिर रूल्स टू एग्जाम्पल, पहला रूल्स नू क्लियर करना, रूल्स नू समझाना, ते फिर उस तो बाद एग्जाम्पल के उत्ते आना, और या फिर एग्जाम्पल्स टू रूल वल जाना। ਜਿਹੜਾ डिडक्टिव मैथड ऑफ ग्रामर है, ਇਹਦੇ ਵਿੱਚ ਆਪਾਂ ਕੀ ਕਰਦੇ ਆ, ਇਹਦੇ ਵਿੱਚ ਆਪਾਂ जनरल टू स्पेसिफिक टू जनरल वाल ਜਿਹੜਾ जनरल टू स्पेसिफिक वाल जाने आ। ਪਹਿਲਾਂ ਆਪਾਂ एग्जांपल्स ਦੇਵਾਂਗੇ, एग्जांपल्स ਨੂੰ क्लियर करके फिर ਆਪਾਂ रूल्स वाल आवांगे। फॉर एग्जांपल मैं सपोज करो कि मैं प्रेजेंट इंडेफिनिट टेंस का ਜਿਹੜਾ ਆ रूल क्लियर करना है, प्रेजेंट इंडेफिनिट टेंस ਦੇ रूल डिडक्टिव मैथड ਦੇ अकॉर्डिंग जो मैंने क्लियर करना होगा, पहला मैं क्या करूंगी, पहला मैं एक एग्जांपल दूंगी कि sings a song, he sings a song। ਹੁਣ ਆਪਾਂ ਇਹਦੇ ਆਵਾਂਗੇ ਇਸ एग्जांपल ਤੋਂ ਆਪਾਂ ਅੱਗੇ ਵਧਾਂਗੇ ਇਹਦੇ ਰੂਲ ਵੱਲ, ਕਿ ਪਹਿਲਾਂ ਆਪਾਂ ਸਬਜੈਕਟ ਯੂਜ਼ ਕੀਤਾ, ਸਬਜੈਕਟ ਤੋਂ ਬਾਅਦ ਫਿਰ ਯੂਜ਼ ਹੋਈ ਹੈ ਫਰਸਟ ਫਾਰਮ ਆਫ वर्ब ਜਿਹਦੇ ਨਾਲ ਆਪਾਂ s और es लगाई, और उस तो बाद आपा आ गया ऑब्जेक्ट, कि पहला आपा रूल ਨੂੰ एक्सप्लेन सॉरी पहला आपा एग्जांपल ਨੂੰ एक्सप्लेन करांगे, उस एग्जांपल ਦੀ हेल्प ਦੇ ਨਾਲ ਆਪਾਂ ਅੱਗੇ ਜਿਹੜੀ ਹੈ रूल्स ਵੱਲ ਨੂੰ ਵਧਾਂਗੇ, राइट। नेक्स्ट आ जाइए, अ टेस्ट ऑफ राइटिंग। टेस्ट ऑफ राइटिंग इज स्किमिंग। स्किमिंग की ਹੁੰਦਾ है, स्किमिंग ਦਾ मतलब ਹੁੰਦਾ है कि ਜਦੋਂ ਆਪਾਂ ਮੀਨ ਕਿ ਕਿਸੇ ਵੀ ਚੀਜ਼ ਨੂੰ ਜਦੋਂ ਪੜ੍ਹਦੇ ਆ, ਉਹਨੂੰ ਬਹੁਤ ਜ਼ਿਆਦਾ ਗਹਿਰਾਈ ਵਿੱਚ ਜਾ ਕੇ ਨਹੀਂ ਪੜ੍ਹਦੇ, ਬਹੁਤ ਜ਼ਿਆਦਾ ਆਪਾਂ ਡੂੰਘਾਈ ਵਿੱਚ ਜਾ ਕੇ ਨਹੀਂ ਪੜ੍ਹਦੇ, ਆਪਾਂ ਮੀਨ ਕਿ ਉਹਦੇ ਓਵਰਆਲ ਇੱਕ ਸੈਂਟਰਲ ਆਈਡੀਆ ਉਠਾਉਂਦੇ ਆ, ਜਿੱਦਾਂ ਕਿ ਆਪਾਂ ਮੇਨ ਪੁਆਇੰਟਸ ਜਾਂ ਹੈਡਿੰਗਸ ਨੂੰ ਪੜ੍ਹ ਲਿਆ, ਉਹਦੇ ਤੋਂ ਇੱਕ ਆਈਡੀਆ ਲਗਾ ਲਿਆ ਕਿ ਇਹਦੇ ਵਿੱਚ ਆਹ ਚੀਜ਼ ਜਿਹੜੀ ਹੈ ਦਿੱਤੀ ਗਈ ਹੈ, ਉਹਨੂੰ ਆਪਾਂ ਕਹਿੰਦੇ ਆ ਸਕਿਮਿੰਗ। ਜਦੋਂ ਆਪਾਂ ਕਹਿੰਦੇ ਨਾ ਕਿ ਲਾਸਟ ਮੂਵਮੈਂਟ ਵਾਲੀ ਜਿਹੜੀ ਰੀਡਿੰਗ ਹੁੰਦੀ ਹੈ, ਕਿ ਪਹਿਲਾਂ ਤਾਂ ਜੋ ਆਪਾਂ ਸਾਰਾ ਸਿਲੇਬਸ ਪੜ੍ਹਿਆ ਹੋਇਆ ਪੇਪਰ ਤੋਂ ਐਂਡ ਘੰਟਾ ਪਹਿਲਾਂ ਜਾਂ 2 ਘੰਟੇ ਪਹਿਲਾਂ ਆਪਾਂ ਇੱਕ ਵਾਰ ਪੂਰੀ स्किमिंग करते हैं, पूरे सिलेबस की स्किमिंग करते हैं, की करते हैं कि आप मेन पॉइंट्स ਜਿਹੜੇ ਆ ਉਹਨੂੰ रीड करते हैं, हर एक चीज सेंट्रल आइडिया ਨੂੰ रीड करते हैं, ਉਹਨੂੰ ਆਪਾਂ ਕਹਿੰਦੇ ਆ स्किमिंग। डिबेटिंग। डिबेटिंग ਦਾ ਮਤਲਬ ਕੀ ਹੈ, डिबेट। डिबेट ਕੀ ਹੁੰਦਾ ਹੈ, ਜਦੋਂ ਦੋ ਅਲੱਗ-ਅਲੱਗ ਕੀ ਇੱਕ ਜਿਹੜਾ ਫੇਵਰ ਵਿੱਚ ਔਰ ਇੱਕ ਜਿਹੜਾ ਆ ਉਹਦੇ ਅਗੇਂਸਟ ਜਿਹੜੀਆਂ ਦੋ ਚੀਜ਼ਾਂ ਉਹਨਾਂ ਨੂੰ ਆਪਸ ਦੇ ਵਿੱਚ ਉਹਨਾਂ ਨੂੰ ਕੰਪੇਅਰ ਕਰਨਾ, ਉਹਨੂੰ ਆਪਾਂ ਕਹਿੰਦੇ ਆ डिबेट करना या डिबेटिंग। नेक्स्ट है डिक्टेशन। डिक्टेशन ਦੇ ਵਿੱਚ ਆਪਾਂ सेंटेंस वर्ड्स ਨੂੰ ਲਿਖਵਾਉਂਦੇ ਆ, ਉਹਨੂੰ ਆਪਾਂ ਕਹਿੰਦੇ ਆ डिक्टेशन। और लास्ट अपना आ गया लिसनिंग, कि ਜਿਹੜਾ ਸੁਣਨ ਲਈ। ਕੋਈ ਜ਼ਿਆਦਾ डिफिकल्ट क्वेश्चन नहीं है, सिंपल ਉਹਨਾਂ ਨੇ ਗੱਲ ਕੀਤੀ ਹੈ टेस्ट ऑफ राइटिंग इज। स्किमिंग ਦੇ ਵਿੱਚ ਵੀ रीडिंग आ गई कि ਆਪਾਂ ਸਾਰਾ ਕੁਝ रीड ਕੀਤਾ, डिबेटिंग ਦੇ ਵਿੱਚ ਆਪਣੀ स्पीकिंग आ ਜਾਂਦੀ है। डिबेटिंग ਵਿੱਚ ਕੀ ਆ, ਆਪਾਂ बोल के ही डिबेट ਕਰਾਂਗੇ ਨਾ ਕਿਸੇ ਨਾਲ। डिक्टेशन जो राइटिंग का पार्ट आ गया, और लिसनिंग जी अलग तो वो आ गई। तो सीधा आंसर है कि टेस्ट ऑफ राइटिंग इज डिक्टेशन। हाँ जी, नेक्स्ट आप आ जाइए, लर्निंग अ लैंग्वेज इज अ मैटर ऑफ। एक लैंग्वेज को लर्न करना का मैटर है स्किल्स का, प्रोसेस का, एडजस्टमेंट का, या एक मेथड है किसी भी लैंग्वेज ਨੂੰ ਲਰਨ ਕਰਨਾ। ਕਿਸੇ ਵੀ ਲੈਂਗੁਏਜ ਨੂੰ ਲਰਨ ਕਰਨਾ ਇੱਕ ਪ੍ਰੋਸੈਸ ਆਪਾਂ ਕਿੱਦਾਂ ਕਹਿ ਸਕਦੇ ਹਾਂ। ਪ੍ਰੋਸੈਸ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਪਾਰਟਿਕੂਲਰ ਮੀਨ ਕਿ ਪਹਿਲਾਂ ਆ ਚੀਜ਼ ਹੋਈ, ਫਿਰ ਉਸ ਤੋਂ ਬਾਅਦ ਆ ਚੀਜ਼ ਹੋਈ, ਫਿਰ ਉਸ ਤੋਂ ਬਾਅਦ ਆ ਚੀਜ਼ ਹੋਈ, ਇੱਕੋ ਆਪਾਂ ਮੀਨ ਕਿ ਪ੍ਰੋਸੈਸ ਮੀਨ ਕਿ ਚਲਾ ਲਿਆ ਕਿ ਪਹਿਲਾਂ ਜੀ ਆਪਾਂ ਬੀਜ ਲਗਾਵਾਂਗੇ, ਫਿਰ ਉਸ ਤੋਂ ਬਾਅਦ ਜਿਹੜਾ ਬੀਜ ਥੋੜਾ ਜਿਹਾ ਉਹ ਹੋਏਗਾ बनेगा, फिर उसके बाद जड़ा निकलनगियां, हौली हौली पौधा बनेगा, फिर उसके बाद उसके फ्लावर्स आएंगे, फिर फ्रूट्स आएंगे, क्योंकि वो एक प्रोसेस हो गया। एडजस्टमेंट ਇਹਦੇ ਵਿੱਚ ਵੀ लैंग्वेज ਨੂੰ ਲਰਨ ਕਰਨਾ ਕੋਈ एडजस्टमेंट नहीं हो सकती। लैंग्वेज ਨੂੰ ਆਪਾਂ एडजस्टमेंट ਕਿੱਦਾਂ ਮੰਨ ਸਕਦੇ ਹਾਂ। ਮੈਥਡ ਮੈਥਡ ਵੀ ਉਹੀ ਹੈ ਕਿ ਇਹ ਤਾਂ ਹੈ ਨਹੀਂ ਕਿ ਕੋਈ ਮੈਥਡ ਘੋਲ ਕੇ ਆਪਾਂ ਰੱਟਾ ਲਗਾ ਲਿਆ ਆਪਾਂ ਨੂੰ ਲੈਂਗੁਏਜ ਜਿਹੜੀ ਹੈ ਲਰਨ ਹੋ ਜਾਏਗੀ। ਨਹੀਂ, लैंग्वेज लर्निंग की है एक स्किल है, एक स्किल है, ਇਹਦੇ ਵਿੱਚ ਆਪਾਂ ਮੀਨ ਕਿ ਸਕਸੈਸ ਨੂੰ ਅਚੀਵ ਕਰਨਾ ਹੈ ਕਿਸੇ ਪ੍ਰੋਸੈਸ ਦੇ ਨਾਲ, ਕਿਸੇ ਮੈਥਡ ਦੇ ਨਾਲ। ਇਹ ਕੋਈ ਉਹ ਚੀਜ਼ ਨਹੀਂ ਹੈ ਕਿ ਗਲਾਸ ਵਿੱਚ ਕੋਲੀ ਖੋਲ ਕੇ ਪੀ ਲਈ ਔਰ ਆਪਾਂ ਨੂੰ ਉਹ ਆ ਗਈ। ਇਹਨੂੰ ਲੈਂਗੁਏਜ ਨੂੰ ਰੱਟਾ ਲਗਾ ਕੇ ਜਿਹੜਾ ਨਹੀਂ ਸਿੱਖਿਆ ਜਾ ਸਕਦਾ। ਲੈਂਗੁਏਜ ਇੱਕ ਸਕਿੱਲ ਹੈ ਜਿਹਨੂੰ ਕਿ ਇੱਕ ਪ੍ਰੋਪਰ ਵੇ ਦੇ ਨਾਲ, ਮੀਨ ਕਿ ਇਹ ਕਹਿ ਲਓ ਕਿ
मीन कि कॉन्शियस और अनकॉन्शियस माइंड में मिला के जो आप फिर उन्होंने सीख सकते। हाँ जी, नेक्स्ट आ जाइए अपना, which of the following is an incorrect assumption in language teaching? ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਹੋਈਆਂ, ਇਹਨਾਂ ਦੇ ਵਿੱਚ ਲੈਂਗੁਏਜ ਨੂੰ ਟੀਚ ਕਰਨ ਦੀ ਇਨਕਰੈਕਟ assumption ਕਿਹੜੀ ਹੈ, ਗਲਤ assumption, ਠੀਕ ਹੈ। ਫਸਟ ਉਹਨਾਂ ਨੇ ਕੀ ਗੱਲ ਕੀਤੀ, learners acquire language by trying to use it in real situation। learners acquire language, ਆਪਾਂ ਕਿਸੇ ਨੂੰ ਵੀ ਜਦੋਂ ਲੈਂਗੁਏਜ ਸਿਖਾਣੀ ਹੈ ਉਹਦੇ ਨਾਲ ਗੱਲ ਕੀਤੀ ਹੈ ਐਕਵਾਇਰ ਲੈਂਗੁਏਜ ਦੀ, ਲਰਨਰ ਲੈਂਗੁਏਜ ਨੂੰ ਕਿੱਦਾਂ ਐਕਵਾਇਰ ਕਰੇਗਾ, ਜਦੋਂ ਉਹਨੂੰ ਉਹ ਰੀਅਲ ਸਿਚੁਏਸ਼ਨ ਦੇ ਵਿੱਚ ਯੂਜ਼ ਕਰੇਗਾ। ਰੀਅਲ ਸਿਚੁਏਸ਼ਨ ਦੇ ਵਿੱਚ ਜਦੋਂ ਲੈਂਗੁਏਜ ਨੂੰ ਯੂਜ਼ ਕਰਾਂਗੇ ਤਾਂ ਆਟੋਮੈਟਿਕਲੀ ਉਹ ਜਿਹੜੀ ਆ ਲਰਨਰ ਉਹਨੂੰ ਈਜ਼ੀਲੀ ਐਕਵਾਇਰ ਕਰ ਸਕਦਾ। ਕੋਈ ਵੀ ਚੀਜ਼ ਹੈ ਜਦ ਤੱਕ ਤੁਸੀਂ ਉਹਨੂੰ ਪ੍ਰੈਕਟੀਕਲੀ ਨਹੀਂ ਕਰਕੇ ਦੇਖਦੇ, ਜਦ ਤੱਕ ਤੁਸੀਂ ਉਹਨੂੰ ਪ੍ਰੈਕਟੀਕਲੀ ਨਹੀਂ ਕਰਕੇ ਦੇਖਦੇ ਉਦੋਂ ਤੱਕ ਤੁਹਾਨੂੰ ਪ੍ਰੋਪਰ ਉਸ ਚੀਜ਼ ਦੀ ਸਮਝ ਨਹੀਂ ਆਉਂਦੀ। ਤਾਂ ਉਹੀ ਚੀਜ਼ ਇਹ ਹੈ ਕਿ ਇੱਕ ਰੀਅਲ ਸਿਚੁਏਸ਼ਨ ਜਦੋਂ ਆਪਾਂ ਨੂੰ ਯੂਜ਼ ਕਰਦੇ ਆ ਤਾਂ ਲਰਨਰ ਜਿਹੜਾ ਈਜ਼ੀਲੀ ਲੈਂਗੁਏਜ ਨੂੰ ਐਕਵਾਇਰ ਕਰ ਲੈਂਦਾ। ਨੈਕਸਟ ਹੈ, ਲਰਨਰਸ ਫਰਸਟ ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਲਰਨਿੰਗ। ਹੁਣ ਆਪਾਂ ਇੰਗਲਿਸ਼ ਸਿੱਖਣੀ ਹੈ, ਠੀਕ ਹੈ, ਆਪਣੀ ਫਰਸਟ ਲੈਂਗੁਏਜ ਪੰਜਾਬੀ ਹੈ, ਤੇ ਪੰਜਾਬੀ ਜਿਹੜੀ ਹੈ ਉਹ ਆਪਾਂ ਨੂੰ ਬਹੁਤ ਹੈਲਪ ਕਰਦੀ ਹੈ ਇੰਗਲਿਸ਼ ਸਿੱਖਣ ਦੇ ਵਿੱਚ। ਜਦੋਂ ਵੀ ਆਪਾਂ ਕੋਈ ਨਵੀਂ ਲੈਂਗੁਏਜ ਸਿੱਖਣੀ ਹੈ, ਕੋਈ ਵੀ ਫੋਰਨ ਲੈਂਗੁਏਜ ਸਿੱਖਣੀ ਹੈ, ਕਿਸੇ ਵੀ ਹੋਰ ਦੀ ਸਟੇਟ ਦੀ ਜਾਂ ਕੋਈ ਵੀ ਹੋਰ ਲੈਂਗੁਏਜ ਸਿੱਖਣੀ ਹੈ, ਆਪਣੀ ਫਰਸਟ ਲੈਂਗੁਏਜ ਨੂੰ ਛੱਡ ਕੇ, ਤਾਂ ਉਹਦੇ ਵਿੱਚ ਫਰਸਟ ਲੈਂਗੁਏਜ ਜਿਹੜੀ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਕਿਉਂਕਿ ਬਿਨਾਂ ਫਰਸਟ ਲੈਂਗੁਏਜ ਤੋਂ ਆਪਾਂ ਉਸ ਚੀਜ਼ ਨੂੰ ਸਮਝ ਨਹੀਂ ਸਕਦੇ, ਕਿਉਂਕਿ ਜਿਹੜੀ ਆਪਣੀ ਫਰਸਟ ਲੈਂਗੁਏਜ ਹੁੰਦੀ ਉਹ ਆਪਾਂ ਮੀਨਸ ਕਿ ਆਪਣੇ ਬਰਥ ਤੋਂ ਹੀ ਐਕਵਾਇਰ ਕਰ ਲੈਂਦੇ ਆ। ਤਾਂ ਇਸ ਲਈ ਜਿਹੜਾ ਆ ਕਿ ਆਪਾਂ ਨੂੰ ਉਸ ਚੀਜ਼ ਨੂੰ ਮੀਨ ਕਿ ਦੂਸਰੀ ਹੋਰ ਲੈਂਗੁਏਜ ਨੂੰ ਸਿੱਖਣ ਦੇ ਲਈ ਫਰਸਟ ਲੈਂਗੁਏਜ ਜਿਹੜੀ ਹੈ ਬਹੁਤ ਜ਼ਿਆਦਾ ਹੈਲਪ ਕਰਦੀ ਹੈ। Language teaching should have a focus in communicative activities. Language teaching should have a focus in communicative activities. Language teaching ਜਿਹੜੀ ਹੈ ਆਪਾਂ ਕਿਸੇ ਨੂੰ ਵੀ ਟੀਚ ਕਰਵਾਉਣਾ, ਜਦੋਂ ਆਪਾਂ ਇੱਕ ਸਟੂਡੈਂਟ ਨੂੰ ਟੀਚ ਕਰਵਾਉਣਾ ਹੈ, ਉਹਨੂੰ ਸਿਖਾਉਣ ਦੇ ਲਈ ਜਿਹੜੀ ਲੈਂਗੁਏਜ ਟੀਚਿੰਗ ਹੈਗੀ ਆ ਉਹਦੇ ਲਈ ਆਪਾਂ ਨੂੰ ਕਮਿਊਨੀਕੇਟਿਵ ਜਿਹੜੀ ਐਕਟੀਵਿਟੀਜ਼ ਹੈਗੀ ਆ, ਮੀਨਸ ਕਿ ਥਰੂ ਕਮਿਊਨੀਕੇਸ਼ਨ ਹੀ ਆਪਾਂ ਉਹਨੂੰ ਸਿੱਖ ਸਕਦੇ ਹਾਂ। ਉਹਨਾਂ ਐਕਟੀਵਿਟੀਜ਼ ਨੂੰ ਸਿੱਖਣਾ ਜਿਹੜਾ ਆ ਉਹਦੇ ਵਾਸਤੇ ਉਹ ਜ਼ਰੂਰੀ ਹੁੰਦਾ ਹੈ। Language teaching should give importance to writing rather than speech. Last जो ने की किया है कि language teaching should give importance to writing, कि writing ਨੂੰ ज़्यादा importance देनी है ना कि speech में। एक ही हो जाएगा, इधर accordingly गलत assumption है, क्योंकि आपका हर एक skill ਨੂੰ चाहे वो listening है, चाहे वो writing है, चाहे वो speaking है, चाहे वो अपनी reading है, ਸਾਰਿਆਂ ਨੂੰ ਇਕੁਅਲ ਇੰਪੋਰਟੈਂਸ ਦੇਵਾਂਗੇ, ਫੇਰ ਹੀ ਜਿਹੜੀ ਆ ਆਪਾਂ ਨੂੰ ਉਹ ਚੀਜ਼ ਜਿਹੜੀ ਆ ਆਪਾਂ ਉਹ ਲੈਂਗੁਏਜ ਨੂੰ ਈਜ਼ੀਲੀ ਲਰਨ ਕਰ ਸਕਦੇ ਆ। ਤੇ ਸਿਰਫ ਆਪਾਂ ਰਾਈਟਿੰਗ ਵੱਲ ਜ਼ਿਆਦਾ ਧਿਆਨ ਦੇਈਏ, ਸਪੀਚ ਵੱਲ ਨਾ ਦੇਈਏ, ਆਪਣੀ ਸਪੀਕਿੰਗ ਸਕਿੱਲ ਜਿਹੜੀ ਹੈ ਉਹ ਇੰਪਰੂਵ ਨਹੀਂ ਹੋਏਗੀ। ਸਿਰਫ ਰਾਈਟਿੰਗ ਇੰਪਰੂਵ ਕਰਕੇ ਆਪਾਂ ਜਦ ਤੱਕ ਉਹਨੂੰ ਆਪਾਂ ਬੋਲਣਾ ਹੀ ਨਹੀਂ ਆਏਗਾ, ਆਪਾਂ ਉਹਨੂੰ ਰਾਈਟਿੰਗ ਵਿੱਚ ਵੀ ਕਿੱਦਾਂ ਇੰਪਰੂਵ ਕਰ ਸਕਦੇ ਆ। ਇਸ ਲਈ ਜਿਹੜੀਆਂ ਚਾਰੋਂ ਸਕਿੱਲਸ ਹੈ ਉਹ ਇਕੱਠੀਆਂ ਚੱਲਣਗੀਆਂ, ਉਹ ਜਿਹੜੀਆਂ ਆ ਉਹਨਾਂ ਨੂੰ ਸਾਰਿਆਂ ਲਈ ਆਪਣੀ ਸਾਰੀਆਂ ਜਿਹੜੀਆਂ ਸਕਿੱਲਸ ਹੈਗੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਕਿਸੇ ਵੀ ਲੈਂਗੁਏਜ ਨੂੰ ਸਿੱਖਣ ਲਈ। ਸੋ ਜਿਹੜਾ ਇਹ ਆਪਸ਼ਨ ਹੈ ਇਹ ਇਨਕਰੈਕਟ ਹੈ ਉਹਦੇ ਵਿੱਚ ਆਪਣੀ ਟੀਚਿੰਗ ਦੇ ਵਿੱਚ। Which of the following does not come under the principle of selection? Principle of selection, selection का भी selection ਜਿਹੜੀ ਤੁਸੀਂ ਕਰਨੀ ਹੈ ਆਪਣੀ ਟੀਚਿੰਗ ਸਟ੍ਰੈਟੇਜੀ ਦੀ, ਕਿਹੜੀ ਸਟ੍ਰੈਟੇਜੀ ਤੁਸੀਂ ਅਪਣਾਣੀ ਉਹਦੇ ਵਾਸਤੇ ਜਿਹੜੀ ਕਿਹੜੀ ਚੀਜ਼ ਹੈ ਉਹਦੇ ਅੰਡਰ ਨਹੀਂ ਆਉਂਦੀ। ਫ੍ਰੀਕੁਐਂਸੀ, ਰੇਂਜ, ਅਵੇਲੇਬਿਲਿਟੀ ਐਂਡ ਇਮੀਟੇਸ਼ਨ। ਫ੍ਰੀਕੁਐਂਸੀ ਦਾ ਮਤਲਬ ਕੀ ਹੈ ਕਿ ਉਹ ਚੀਜ਼ ਕਿੰਨੀ ਮੀਨਸ ਕਿ ਬਾਰ-ਬਾਰ ਜਾਂ ਉਹਦੀ ਕਿੰਨੀ ਵਾਰੀ ਉਹ ਆ ਰਹੀ ਹੈ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਫ੍ਰੀਕੁਐਂਸੀ। ਰੇਂਜ ਕਿਸ ਰੇਂਜ ਦੇ ਵਿੱਚ ਹੈ, ਅਵੇਲੇਬਿਲਿਟੀ ਉਹਦਾ ਕਿਹੜਾ ਮਟੀਰੀਅਲ ਆਪਣੇ ਕੋਲ ਅਵੇਲੇਬਲ ਹੈ, ਔਰ ਇਮੀਟੇਸ਼ਨ ਕੀ ਹੁੰਦਾ, ਇਮੀਟੇਸ਼ਨ ਦਾ ਮਤਲਬ ਹੁੰਦਾ ਨਕਲ, ਕਿਸੇ ਦੀ ਕਾਪੀ ਕਰਨਾ ਜਾਂ ਕਿਸੇ ਦੀ ਨਕਲ ਕਰਨਾ। ਇਹ ਤਿੰਨ ਚੀਜ਼ਾਂ ਆਪਣੀ ਸਿਲੈਕਸ਼ਨ ਦੇ ਪ੍ਰਿੰਸੀਪਲ ਦੇ ਅੰਡਰ ਆਉਂਦੀਆਂ, ਲੇਕਿਨ ਇਮੀਟੇਸ਼ਨ ਜਿਹੜੀ ਹੈ ਕਿਸੇ ਵੱਲ ਦੇਖ ਕੇ ਆਪਾਂ ਕੋਈ ਆਪਣੀ ਸਟ੍ਰੈਟੇਜੀ ਇਮੀਟੇਟ ਨਹੀਂ ਕਰਨੀ, ਕਿਸੇ ਦੀ ਸਟ੍ਰੈਟੇਜੀ ਵੱਲ ਦੇਖ ਕੇ ਆਪਾਂ ਉਸ ਸਟ੍ਰੈਟੇਜੀ ਨੂੰ ਨਹੀਂ ਅਪਣਾਉਣਾ। ਆਪਣੀ ਜਿਹੜੀ ਸਿਲੈਕਸ਼ਨ ਦਾ ਪ੍ਰੋਸੈਸ ਕੀ ਹੋਏਗਾ, ਆਪਾਂ ਇਹ ਨਹੀਂ ਹੈ ਕਿ ਉਹ ਵਾਲਾ ਟੀਚਰ ਏਦਾਂ ਪੜ੍ਹਾ ਰਿਹਾ ਤੇ ਆਪਾਂ ਵੀ ਏਦਾਂ ਹੀ ਪੜ੍ਹਾਉਣਾ। ਆਪਣੀ ਸਿਲੈਕਸ਼ਨ ਆਪਾਂ ਜਿਹੜੀ ਸਟ੍ਰੈਟੇਜੀ ਕਿਹਦੇ ਅਕੋਰਡਿੰਗਲੀ ਦੇਖਣੀ ਕਿ ਆਪਣੇ ਬੱਚਿਆਂ ਦੀ ਕੀ ਲੈਵਲ ਹੈ, ਆਪਣੇ ਸਟੂਡੈਂਟਸ ਦਾ ਕੀ ਲੈਵਲ ਹੈ, ਜਿਹੜਾ ਲਰਨਰ ਹੈ ਉਹ ਕਿਸ ਤਰ੍ਹਾਂ ਸਿੱਖਣ ਵਾਲਾ ਹੈ, ਕੀ ਸਿੱਖਣ ਵਾਲਾ ਹੈ, ਔਰ
ਕਿੰਨੀ ਕੁ ਆਪਣੇ ਕੋਲ ਮਟੀਰੀਅਲ ਕੀ ਹੈ, ਕੀ ਅਵੇਲੇਬਿਲਿਟੀ ਹੈ, ਉਹਦੇ ਅਕੋਰਡਿੰਗਲੀ ਕਿਸ ਤਰ੍ਹਾਂ ਆਪਾਂ ਨੂੰ ਯੂਜ਼ ਕਰ ਸਕਦੇ, ਇਹਨਾਂ ਚੀਜ਼ਾਂ ਨੂੰ ਆਪਾਂ ਸਿਲੈਕਸ਼ਨ ਦੇ ਵਿੱਚ ਧਿਆਨ ਰੱਖਦੇ ਆ, ਨਾ ਕਿ ਇਮੀਟੇਸ਼ਨ, ਰਾਈਟ। ਕਮ ਟੂ ਦ ਨੈਕਸਟ ਵਨ, language acquisition occurs only when, language acquisition ਕਦੋਂ ਹੁੰਦੀ ਹੈ, the child is taught the rules of grammar, the child is given a reward, the child has the knowledge of the language, the child absorbs the language without conscious attention। ਇੱਥੇ ਗੱਲ ਕੀਤੀ ਹੈ acquisition ਦੀ, ਨਾ ਕਿ learning ਦੀ। ਕਿਹੜੀ ਗੱਲ ਹੋਈ ਹੈ, acquisition ਦੀ। acquisition ਦਾ ਮਤਲਬ ਹੁੰਦਾ acquire ਕਰਨਾ, language acquisition ਜਿਹੜੀ ਹੈ ਉਹ different ਹੁੰਦੀ ਹੈ learning ਤੋਂ। ਕਿੱਦਾਂ different ਹੁੰਦੀ ਹੈ, learning ਕੀ ਹੈ, learning ਉਹ process ਹੈ ਜਦੋਂ ਆਪਾਂ ਕਿਸੇ ਨੂੰ ਸਿਖਾਉਂਦੇ ਆ, acquire ਵੀ ਸਿੱਖਣਾ ਹੀ ਹੋ ਗਿਆ, ਲੇਕਿਨ acquisition ਕੀ ਹੈ, acquisition ਹੁੰਦੀ ਹੈ ਜਿੱਦਾਂ ਕਿ ਆਪਾਂ ਇੱਕ ਛੋਟੇ ਬੱਚੇ ਦੀ ਗੱਲ ਕਰੀਏ, ਠੀਕ ਹੈ, ਇੱਕ ਬੱਚਾ ਜਦੋਂ ਜਨਮ ਲੈਂਦਾ, ਠੀਕ ਹੈ, ਜਦੋਂ ਵੀ ਬੱਚੇ ਦਾ ਜਨਮ ਹੁੰਦਾ, ਆਪਾਂ ਆਪਣੀ ਗੱਲ ਕਰੀਏ ਕਿ ਜਦੋਂ ਆਪਾਂ ਜਨਮ ਲਿਆ, ਇਹ ਤਾਂ ਨਹੀਂ ਹੈ ਕਿ ਆਪਾਂ ਨੂੰ ਜਨਮ ਲੈਂਦੇ ਆਪਣੇ ਹੱਥਾਂ 'ਚ ਕਿਤਾਬਾਂ ਫੜਾ ਦਿੱਤੀਆਂ ਗਈਆਂ ਕਿ ਹਾਂਜੀ ਇਹਨੂੰ ਪੜ੍ਹੋ ਤੇ ਸਿੱਖੋ ਤੇ ਫਿਰ ਬੋਲਣਾ ਸਿੱਖੋ, ਏਦਾਂ ਤਾਂ ਨਹੀਂ ਹੋਇਆ ਨਾ। ਆਪਾਂ ਜਿਹੜੀ ਲੈਂਗੁਏਜ ਰਿਕੁਆਇਰ ਕੀਤੀ ਉਹ ਮੀਨਸ ਕਿ ਇੱਕ ਬੱਚਾ ਜਿਹੜਾ ਉਹ ਅਨਕੌਂਸ਼ੀਅਸ ਮਾਈਂਡ ਦੇ ਨਾਲ ਹੀ ਜਿਹੜੀ ਹੈ ਲੈਂਗੁਏਜ ਨੂੰ ਐਕਵਾਇਰ ਕਰਦਾ ਹੈ, ਉਹਦੇ ਆਸ-ਪਾਸ এনवायरमेंट ਦੇ ਵਿੱਚ ਜੋ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਉਸੇ ਲੈਂਗੁਏਜ ਨੂੰ ਐਕਵਾਇਰ ਕਰ ਲੈਂਦਾ, ਬਹੁਤ ਈਜ਼ੀਲੀ ਗੱਲ ਕਰ ਲੈਂਦਾ। ਤੁਸੀਂ ਹੁਣ ਦੇਖੋ ਕਿ ਇੱਕ ਜਿਹੜਾ ਕੋਈ ਪੰਜਾਬੀ ਬੰਦਾ ਹੈ, ਉਹਦੇ ਜਿਹੜੇ ਬੱਚੇ ਦਾ ਜਨਮ ਹੁੰਦਾ ਹੈ, ਉਹ ਕਿਤੇ ਫੋਰਨ ਕੰਟਰੀ ਵਿੱਚ ਜਾ ਕੇ ਸਪੋਜ਼ ਉਹਦੇ ਬੱਚੇ ਦਾ ਜਨਮ ਹੋਇਆ, ਤੇ ਉਹ ਬੱਚਾ ਪੰਜਾਬੀ ਦੀ ਜਗ੍ਹਾ ਤੇ ਉਹਨਾਂ ਦੀ ਜਿਹੜੀ ਉਸ ਜਗ੍ਹਾ ਦੀ ਲੈਂਗੁਏਜ ਹੋਏਗੀ, ਸਪੋਜ਼ ਕਿਸੇ ਦਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਬਰਥ ਹੋ ਰਿਹਾ, ਤਾਂ ਉਹ ਬੱਚਾ ਇੰਗਲਿਸ਼ ਜ਼ਿਆਦਾ ਅੱਛੇ ਤਰੀਕੇ ਨਾਲ ਬੋਲੇਗਾ, ਨਾ ਕਿ ਪੰਜਾਬੀ। ਕਿਉਂ ਪੰਜਾਬੀ ਨਹੀਂ ਬੋਲੇਗਾ, ਕਿਉਂਕਿ ਉਹਨੂੰ এনवायरमेंट ਉਹ ਨਹੀਂ ਮਿਲਿਆ। ਹੁਣ ਜੇ ਆਪਾਂ ਗੱਲ ਕਰੀਏ ਕਿ ਚਾਹੇ ਉਹਦੇ ਪੇਰੈਂਟਸ ਨੂੰ ਇੰਗਲਿਸ਼ ਆਉਂਦੀ ਹੈ ਜਾਂ ਨਹੀਂ ਆਉਂਦੀ, ਲੇਕਿਨ ਬੱਚੇ ਨੇ ਜਿਹੜੀ ਹੈ ਇੱਕ এনवायरमेंट ਤੋਂ ਸਿੱਖਿਆ, ਉਹਨੂੰ ਉਹ ਸਿੱਖਣ ਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਤੇ ਉਹਨੂੰ ਆਪਾਂ ਕੀ ਗੱਲ ਕੀਤੀ ਹੈ, the child is taught the rules of grammar, rules of grammar ਆਪਾਂ ਕਦੋਂ ਕਰਦੇ, ਜਦੋਂ ਆਪਾਂ ਲੈਂਗੁਏਜ ਨੂੰ ਲਰਨ ਕਰਦੇ, ਠੀਕ ਹੈ, ਉਦੋਂ ਆਪਾਂ ਲਰਨ ਕਰ, ਜਦੋਂ ਆਪਾਂ ਕਿਸੇ ਨੂੰ ਮੀਨਸ ਕਿ ਸੈਕੰਡ ਲੈਂਗੁਏਜ ਆਪਾਂ ਸਿਖਾ ਰਹੇ ਹਾਂ, ਐਜ਼ ਅ ਸਪੋਜ਼ ਆਪਾਂ ਇੰਗਲਿਸ਼ ਸਿਖਾ ਰਹੇ ਹਾਂ, ਇੰਗਲਿਸ਼ ਸਿਖਾਉਣ ਦੇ ਲਈ ਆਪਾਂ ਨੂੰ ਉਹਨੂੰ ਰੂਲਸ ਪੜ੍ਹਾਉਣੇ ਜ਼ਰੂਰੀ ਹੈ। ਇੱਥੇ ਗੱਲ ਕੀਤੀ ਹੈ ਲੈਂਗੁਏਜ ਐਕੁਇਜ਼ੀਸ਼ਨ ਦੀ, ਤਾਂ ਇਹਦੇ ਵਿੱਚ ਆਪਾਂ ਕਹੀਏ ਕਿ ਐਕੁਇਜ਼ੀਸ਼ਨ ਇਹਦੇ ਥਰੂ ਨਹੀਂ ਹੋਏਗੀ, ਦ ਚਾਈਲਡ ਇਜ਼ ਗਿਵਨ ਅ ਰਿਵਾਰਡ, ਬੱਚੇ ਨੂੰ ਆਪਾਂ ਇਹ ਤਾਂ ਹੈ ਨਹੀਂ ਕਿ ਬੱਚੇ ਨੇ ਮੰਮਾ ਪਾਪਾ ਜਾਂ ਕੁਝ ਹੋਰ ਬੋਲਣਾ ਸਿੱਖਿਆ ਤਾਂ ਆਪਾਂ ਨੂੰ ਹਰ ਚੀਜ਼ ਤੇ ਗਿਫਟ ਦੇਵਾਂਗੇ ਫਿਰ ਹੀ ਬੋਲਣਾ ਸਿੱਖੇਗਾ, ਨਹੀਂ, ਉਹ ਜਦੋਂ ਆਪਣੇ ਆਲੇ ਦੁਆਲੇ ਦੇਖੇਗਾ ਆਪਣੇ ਆਪ ਹੀ ਉਹ ਬੋਲਣਾ ਜਿਹੜਾ ਆ ਸ਼ੁਰੂ ਕਰ ਦੇਗਾ। ਸੋ ਇਹ ਵੀ ਜਿਹੜਾ ਆ ਉਹਦੀ ਮੀਨਸ ਕਿ ਐਕੁਇਜ਼ੀਸ਼ਨ ਦੇ ਅੰਡਰ ਨਹੀਂ ਆਉਂਦਾ। ਦ ਚਾਈਲਡ ਹੈਜ਼ ਅ ਨੌਲੇਜ ਆਫ ਦ ਲੈਂਗੁਏਜ, ਹੁਣ ਇੱਕ ਬੱਚਾ ਜਨਮ ਤੋਂ ਮੀਨਸ ਕਿ ਪੈਦਾ ਨਹੀਂ ਹੁੰਦਾ ਨੌਲੇਜ ਲੈ ਕੇ, ਠੀਕ ਹੈ, ਉਹ ਹੌਲੀ ਹੌਲੀ ਐਕਵਾਇਰ ਕਰਦਾ, ਜਿੱਦਾਂ ਕਿ ਮੈਂ ਐਗਜ਼ਾਮਪਲ ਦਿੱਤੀ, ਇੱਕ ਪੰਜਾਬੀ ਬੰਦਾ ਜਦੋਂ ਮੀਨਸ ਕਿ ਉਹਦਾ ਜਨਮ ਹੋਇਆ ਅਮਰੀਕਾ ਦੇ ਵਿੱਚ ਜਾ ਕੇ, ਉਹਨੇ ਇੰਗਲਿਸ਼ ਸਿੱਖ ਲਈ, ਕਿੱਦਾਂ ਸਿੱਖ ਲਈ, ਇਹ ਥੋੜੀ ਕਿ ਜਨਮ ਜੇ ਪੰਜਾਬੀ ਸੀਗਾ ਕਿ ਉਹ ਮੀਨਸ ਕਿ ਆਪਣੇ ਬਰਥ ਤੋਂ ਪਹਿਲਾਂ ਉਹ ਜੇ ਪੰਜਾਬ ਵਿੱਚ ਸੀ ਔਰ ਬਰਥ ਦੇ ਟਾਈਮ ਤੇ ਉਹ ਅਮਰੀਕਾ ਦੇ ਵਿੱਚ ਹੋਇਆ, ਤਾਂ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਜਾਦੂ ਮੰਤਰ ਹੋ ਗਿਆ ਕਿ ਉਹਨੇ ਉਹ ਲੈਂਗੁਏਜ ਨੂੰ ਐਕਵਾਇਰ ਕੀਤਾ। ਸੋ ਇਸ ਲਈ ਇਹ ਵੀ ਜਿਹੜਾ ਆ ਸਹੀ ਆਪਸ਼ਨ ਨਹੀਂ ਹੈ, ਸਹੀ ਆਪਸ਼ਨ ਕੀ ਹੈ, ਦ ਚਾਈਲਡ ਐਬਜ਼ੌਰਬਸ ਦ ਲੈਂਗੁਏਜ ਵਿਦਾਊਟ ਕੌਨਸ਼ੀਅਸ ਅਟੈਂਸ਼ਨ, ਕਿ ਕੌਨਸ਼ੀਅਸਲੀ ਉਹਨੇ ਉਸ ਚੀਜ਼ ਨੂੰ ਸਿੱਖਿਆ, ਅਨਕੌਨਸ਼ੀਅਸ ਮਾਈਂਡ ਦੇ ਨਾਲ ਹੀ ਜਿਹੜਾ ਆ ਉਹਨੇ ਉਸ ਚੀਜ਼ ਨੂੰ ਐਕਵਾਇਰ ਕਰ ਲਿਆ, ਉਹਨੇ ਉਸ ਲੈਂਗੁਏਜ ਨੂੰ ਸਿੱਖ ਲਿਆ। Which of the following words is based on the phenomenon onomatopoeia? Onomatopoeia ਕੀ ਹੁੰਦਾ ਹੈ, onomatopoeia ਜਿਹੜੀ ਹੈ ਉਹ ਫਿਗਰ ਆਫ ਸਪੀਚ ਹੈ ਜਿਹਦੇ ਅਕੋਰਡਿੰਗਲੀ ਉਹ ਵਰਡਸ ਮੀਨ ਕਿ ਜਿਹੜੇ ਵਰਡਸ ਉਹਦੇ ਸਾਊਂਡ ਨੂੰ ਹੀ ਡਿਸਕ੍ਰਾਈਬ ਕਰਦੇ, ਉਹਦੇ ਸਾਊਂਡ ਤੋਂ ਹੀ ਬਣੇ, ਜਿੱਦਾਂ ਕਿ ਆਪਾਂ ਗੱਲ ਕਰੀਏ ਬੀਜ਼ ਹੁੰਦੀਆਂ ਨਾ ਮੀਨਸ ਕਿ ਮਧੂਮੱਖੀਆਂ, ਉਹਨਾਂ ਦੇ ਆਪਾਂ ਸਾਊਂਡ ਨੂੰ ਕੀ ਕਹਿੰਦੇ ਆ, ਬੀਜ਼ ਦਾ ਸਾਊਂਡ ਕੀ ਹੁੰਦਾ, ਬਜ਼, ਹੈ ਨਾ, ਜਿੱਦਾਂ ਉਹ ਸਾਊਂਡ ਜਿਹੜੀ ਉਹਨਾਂ ਦੀ ਆਵਾਜ਼ ਹੁੰਦੀ ਉਹਦੇ ਅਕੋਰਡਿੰਗਲੀ ਹੀ, ਏਦਾਂ ਹੀ ਸਨੇਕ ਦੀ ਜਿਹੜੀ ਫੁੰਕਾਰ ਹੁੰਦੀ ਹੈ, ਸੱਪ ਦੀ ਫੁੰਕਾਰ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਆ ਹਿਸ, ਹਿਸ ਦੀ ਆਵਾਜ਼ ਆਉਂਦੀ ਹੈ, ਉਸੇ ਆਵਾਜ਼ ਨੂੰ ਆਪਾਂ ਜਿਹੜਾ ਇੱਕ ਸਾਊਂਡ ਦੇ ਦਿੱਤਾ ਕਿ ਉਹਦਾ ਸਾਊਂਡ ਜਿਹੜਾ ਆ ਉਹਨੂੰ ਆਪਾਂ ਕਹਿੰਦੇ ਆ ਮੀਨਸ ਕਿ ਕਹਿਣ ਦਾ ਮਤਲਬ ਕਿ ਓਨੋਮੋਟੋਪੀਆ ਕੀ ਹੈ ਕਿ ਉਹ ਸਾਊਂਡ, ਉਹ ਚੀਜ਼ ਜਿਹੜੀ ਕਿ ਉਹਨੂੰ ਡਿਸਕ੍ਰਾਈਬ ਕਰ ਰਹੀ ਹੈ ਜਿਹੜੀ ਉਹ ਚੀਜ਼ ਹੈ, ਅਸਲ ਦੇ ਵਿੱਚ ਵੀ ਉਹ ਹੈ। ਹੁਣ ਜੇ ਆਪਾਂ ਗੱਲ ਕਰੀਏ ਬੁੱਕ ਦੀ, ਬੁੱਕ ਹੈ ਕਿਤਾਬ, ਬੁੱਕ, ਠੀਕ ਹੈ, ਇਹਦਾ ਨੇਮ ਕੋਈ ਉਹਨੂੰ ਇਹ ਤਾਂ ਹੈ ਨਹੀਂ ਕਿ ਉਸ ਚੀਜ਼ ਤੋਂ ਬਣਿਆ ਇੱਕ, ਠੀਕ ਹੈ ਆਪਣੇ ਸਾਹਮਣੇ ਬੁੱਕ ਹੈ, ਆਪਾਂ ਨੂੰ ਸ਼ੁਰੂ ਤੋਂ ਦੇਰ ਤੱਕ ਹੈ ਕਿ ਇਹਨੂੰ ਆਪਾਂ ਬੁੱਕ ਕਹਿੰਦੇ ਆ, ਇਹਨੂੰ ਆਪਾਂ ਕਿਤਾਬ ਕਹਿੰਦੇ ਆ,
या नोटबुक कहनी है, ठीक है। इसी तरह शू है, वॉच है, भी ये कोई ये तो है नहीं कि जे उन्होंने कोई साउंड तो शू के साउंड कोई शू सीगा नहीं। शू ਨੂੰ ਆਪਾਂ ਇੱਕ ਕਹਿਣਾ ਸ਼ੁਰੂ ਕਰਤਾ, ਸ਼ੁਰੂ ਤੋਂ ਆਪਾਂ ਕਹਿੰਦੇ ਆ ਰਹੇ ਕਿ ਸ਼ੂ ਹੈ ਇਹ ਵॉच है। इसकी गल करिए कुकू, कुकू की है साउंड है ना, कुकू ਦਾ साउंड है कि ਉਹ ਜਿਹੜੀ ਕੋਇਲ ਦੀ ਆਵਾਜ਼ ਜਿਹੜੀ ਉਹਨੂੰ ਕੁਕੂ ਕੁਕੂ ਕਰਦੀ ਹੈ, ਉਹ ਕੀ ਹੈ, ਉਹਨੂੰ ਆਪਾਂ ਕਹਿੰਦੇ ਆ ਅਨੋਮੋਟੋਪੀਆ। ਅਨੋਮੋਟੋਪੀਆ ਕੀ ਹੈ, ਜਿਹੜੇ ਕਿ ਉਹਦੇ ਸਾਊਂਡ ਇਫੈਕਟ ਜੋ ਹੈ ਉਹਨੂੰ ਵੀ ਮੀਨਸ ਕਿ ਸ਼ੋ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਅਨੋਮੋਟੋਪੀਆ। ਸੋ ਦਾ ਆਨਸਰ ਇਜ਼ ਕੁਕੂ। The smallest unit of sound that distinguishes one word from another is, एक ਆਪਾਂ मीन की लास्ट ਜਿਹੜੀ ਆਪਣਾ ਪਿਛਲੇ ਜਿਹੜੇ ਆਪਾਂ ਕੁਐਸਚਨਸ ਕੀਤੇ ਉਹਨਾਂ ਵਿੱਚ ਆਪਾਂ ਇਹ ਚੀਜ਼ ਐਕਸਪਲੇਨ ਕੀਤਾ ਸੀ। smallest unit of sound, ਸਭ ਤੋਂ ਸਾਊਂਡ ਦੀ ਸਭ ਤੋਂ ਛੋਟੀ ਯੂਨਿਟ ਨੂੰ ਆਪਾਂ ਕੀ ਕਹਿੰਦੇ ਆ, ਜਿਹੜੇ ਕਿ ਕਿਹਨੂੰ ਇੱਕ ਵਰਡ ਨੂੰ ਦੂਜੇ ਤੋਂ ਅਲੱਗ ਕਰਦਾ ਹੈ, ਇੱਕ ਵਰਡ ਨੂੰ ਦੂਜੇ ਤੋਂ ਅਲੱਗ ਕਰਦਾ ਹੈ। ਜਿੱਦਾਂ ਕਿ ਇਹ ਲਿਖਿਆ ਪੈਟ, ਕੈਟ, बैट, पैट, कैट, बैट। इत्थे मैं साउंड यूज किया प, इत्थे क, इत्थे ब, तीनों अलग अलग वर्ड है, पिछे में सेम साउंड आ रहा एट एट एट। पैट, कैट, बैट, उस चीज ਨੂੰ ਆਪਾਂ ਕੀ ਕਹਿੰਦੇ ਆ, ਸਮੋਲੈਸਟ ਯੂਨਿਟ ਆਫ ਸਾਊਂਡ ਨੂੰ। ਜਿੱਦਾਂ ਕਿ ਇੱਥੇ ਸਾਊਂਡ ਆਇਆ ਪ ਦਾ, ਇੱਥੇ ਸਾਊਂਡ ਆਇਆ ਕ ਦਾ, ਇੱਥੇ ਸਾਊਂਡ ਆਇਆ ਬ ਦਾ, है ना। इस साउंड ਨੂੰ स्मॉलेस्ट यूनिट ਨੂੰ ਕੀ ਕਹਿੰਦੇ ਆ, ਪਹਿਲਾ ਹੈ ਸਿੰਟੈਕਸ। ਸਿੰਟੈਕਸ ਕੀ ਹੁੰਦਾ ਹੈ, ਸਿੰਟੈਕਸ ਦੀ ਆਪਾਂ ਗੱਲ ਕਰੀਏ, ਸਿੰਟੈਕਸ ਹੁੰਦਾ ਹੈ ਕਿ ਜਿਹੜੇ ਆਪਣੀ ਕਿ ਆਪਾਂ ਕੋਈ ਸਟਰਕਚਰ ਜਿਹੜਾ ਬਣਿਆ ਹੋਇਆ ਉਹਦਾ ਸਿੰਟੈਕਸ, ਜਿੱਦਾਂ ਕਿ ਸਬਜੈਕਟ, ਵਰਬ, ਆਬਜੈਕਟ, ਇਹਦੇ ਅਕੋਰਡਿੰਗਲੀ ਫੋਨੀਮ, ਮੋਰਫੀਮ ਐਂਡ ਫੋਨੇਟਿਕਸ। ਫੋਨੀਮ ਜਿਹੜੇ ਆ ਤੇ ਮੋਰਫੀਮ ਹੈ, ਦੋਨੋਂ ਨੂੰ ਆਪਾਂ ਸਮॉलेस्ट ਸਾਊਂਡ ਕਹਿੰਦੇ ਆ। अभी स्मॉलेस्ट साउंड है, अभी स्मॉलेस्ट साउंड है, लेकिन जो फोनेटिक्स की होंगे दी स्टडी ऑफ साउंड, स्टडी ऑफ साउंड ਜਿਹੜੀ ਆਪਣੀ ਹੁੰਦੀ ਹੈ फोनेटिक्स। ਫੋਨੀਮ और ਮੋਰਫੀਮ ਦੇ ਵਿੱਚ ਮੈਂ ਉਹਨਾਂ ਦੋਨਾਂ ਕਹਿੰਦੇ ਕਿ ਦੋਨੋਂ ਹੀ ਸਮॉलेस्ट यूनिट ऑफ साउंड है। ਦੋਨਾਂ ਦਾ ਡਿਫਰੈਂਸ ਕੀ ਹੈ, ਜਿਹੜਾ ਇਹ ਫੋਨੀਮ ਹੈ ਇਹ ਸਮॉलेस्ट यूनिट ऑफ साउंड है, ਇੱਕ ਵਰਡ ਜਿਹੜਾ ਆ ਜਿਹਨੂੰ ਇੱਕ ਵਰਡ ਤੋਂ ਜਿਹਨੂੰ ਡਿਫਰੈਂਟ ਕਰਦਾ ਹੈ। ਮੋਰਫੀਮ ਕੀ ਹੁੰਦਾ ਹੈ, ਮੋਰਫੀਮ ਹੁੰਦਾ ਹੈ smallest unit of meaningful sound, smallest unit of sound, and morpheme is smallest unit of meaningful sound, means कि सब तो छोटा word ਜਿਹਦੇ ਕਿ ਇੱਕ ਆਪਣੇ ਆਪ ਵਿੱਚ meaning ਹੁੰਦਾ ਹੈ, ਉਹਦੇ ਅੱਗੇ ਤੁਸੀਂ ਫੋਨੀਮ ਲਗਾ ਕੇ ਉਹਨੂੰ ਆਪਾਂ ਮੀਨਸ ਕਿ ਅੱਗੇ ਪ੍ਰੀਫਿਕਸ ਲਗਾ ਲਿਆ, ਸਫਿਕਸ ਲਗਾ ਲਿਆ, ਇਹਨਾਂ ਚੀਜ਼ਾਂ ਨੂੰ ਲਗਾ ਕੇ ਆਪਾਂ ਉਹਦੇ ਹੋਰ ਮੀਨਿੰਗ ਜਿਹੜੇ ਬਣਾਉਂਦੇ ਆ, ਮੀਨਸ ਕਿ ਹੋਰ ਨਿਊ ਵਰਡਸ ਜਿਹੜੇ ਆਪਾਂ ਕ੍ਰੀਏਟ ਕਰਦੇ ਆ, ਪ੍ਰੋਡਿਊਸ ਕਰਦੇ ਆ। So the answer is the smallest unit of sound that distinguishes one word from another is, ਹੁਣ ਜੇ ਕੱਲਾ ਪ ਹੈ, ਪ ਇੱਕ ਸਾਊਂਡ ਹੈ, मीनिंगफुल ਆਪਾਂ ਇਹਦੇ ਵਿੱਚ ਕੀ ਕਹਿ ਸਕਦੇ ਹਾਂ ਨਾ, ਕ ਹੈ, ਕ ਇੱਕ ਕੱਲਾ ਸਾਊਂਡ ਹੈ, ਕੋਈ मीनिंग ਤਾਂ ਨਹੀਂ ਹੈ ਨਾ। So the answer is phoneme. Next question is intensive reading refers to, हाँ जी intensive reading ਕੀ ਹੁੰਦਾ ਹੈ, intensive reading ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਇੱਕ ਏਮ ਤੋਂ ਪੜ੍ਹਦੇ ਆ, ਮੀਨਸ ਕਿ ਆਪਣੇ ਆਪਾਂ ਕਿਸੇ ਚੀਜ਼ ਨੂੰ ਰੀਡ ਕਰਨਾ ਹੈ, ਆਪਾਂ ਨੂੰ ਇੱਕ ਏਮ ਦਿੱਤਾ ਗਿਆ ਹੈ ਕਿ ਇਸ ਚੀਜ਼ ਨੂੰ ਆਪਾਂ ਰੀਡ ਕਰਨਾ ਹੈ, ਉਹਦੀ ਆਪਾਂ ਇਨਫੋਰਮੇਸ਼ਨ ਲੈਣੀ ਹੈ, ਸਾਰਾ ਉਹਦੇ ਵਿੱਚ ਜੋ ਦਿੱਤਾ ਹੈ ਉਹ ਮੀਨਸ ਕਿ ਆਪਾਂ ਕਹਿ ਲਈਏ ਕਿ ਜਿੱਦਾਂ ਕਿ ਆਪਾਂ ਇੱਕ ਰੀਡਿੰਗ ਹੁੰਦੀ ਜਿਹੜੀ ਆਪਾਂ ਆਪਣੀ ਖੁਸ਼ੀ ਲਈ ਕਰਦੇ ਆ, ਠੀਕ ਹੈ। ਇੱਕ ਰੀਡਿੰਗ ਹੁੰਦੀ ਜਿੱਦਾਂ ਕਿ ਆਪਾਂ ਹੁਣ ਸਕੂਲ ਦੇ ਆਪਣੇ ਚੈਪਟਰਸ ਵੀ ਦਿੱਤੇ ਹੋਏ ਆਪਾਂ ਨੂੰ, ਕਲਾਸਿਸ ਦੇ, ਸਪੋਜ਼ ਆਪਾਂ ਕੋਈ ਕਲਾਸ ਪਾਸ ਕਰਨੀ ਹੈ, ਉਸ ਕਲਾਸ ਦੀ ਬੁੱਕਸ ਨੂੰ ਆਪਾਂ ਰੀਡ ਕਰਦੇ ਹਾਂ, ਇੱਕ ਸਿਲੇਬਸ ਦਿੱਤਾ, ਉਸ ਸਿਲੇਬਸ ਦੇ ਅਕੋਰਡਿੰਗਲੀ ਆਪਾਂ ਨੂੰ ਰੀਡ ਕਰਦੇ ਆ। ਤੁਸੀਂ ਹੁਣ ਗੱਲ ਕਰ ਲਓ, ਹੁੰਦਾ ਤੁਸੀਂ ਪੀਐਸ ਸੈਟ ਦੀ ਤਿਆਰੀ ਕਰ ਰਹੇ ਹੋ, ਪੀਐਸ ਸੈਟ ਦਾ ਜੋ ਸਿਲੇਬਸ ਦਿੱਤਾ ਹੈ ਉਸ ਸਿਲੇਬਸ ਦੇ ਅਕੋਰਡਿੰਗਲੀ ਤੁਸੀਂ ਜਿਹੜੇ ਟੌਪਿਕਸ ਨੂੰ ਰੀਡ ਕਰ ਰਹੇ ਹੋ, ਉਹ ਇੱਕ ਚੀਜ਼ ਹੁੰਦੀ ਹੈ। ਉਹ ਇੰਟੈਂਸਿਵ ਰੀਡਿੰਗ ਹੁੰਦੀ ਹੈ ਜਦੋਂ ਵੀ ਤੁਹਾਨੂੰ ਇੱਕ ਕੋਈ ਸਿਲੇਬਸ ਜਾਂ ਕੁਝ ਇਦਾਂ ਮੈਂਸ਼ਨ ਕੀਤਾ ਗਿਆ ਹੈ, ਉਸ ਏਮ ਨੂੰ ਪੂਰਾ ਕਰਨ ਦੇ ਲਈ ਤੁਸੀਂ ਰੀਡ ਕਰ ਰਹੇ ਹੋ, ਉਹ ਹੁੰਦੀ ਹੈ ਇੰਟੈਂਸਿਵ ਰੀਡਿੰਗ। एक्सटेंसिव रीडिंग की ਹੁੰਦਾ ਹੈ, एक्सटेंसिव रीडिंग ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਆਪਣੇ ਪਲੇਜਰ ਦੇ ਲਈ, ਮੀਨਸ ਕਿ ਕੋਈ ਸਟੋਰੀ ਬੁੱਕ ਲੈ ਕੇ ਪੜ੍ਹ ਲਈ, ਵੈਸੇ ਆਪਾਂ ਕੋਈ ਨੋਵਲ ਪੜ੍ਹ ਲਿਆ ਜਾਂ ਕੋਈ ਪੋਇਮ ਪੜ੍ਹ ਲਈ, ਮੀਨਸ ਕਿ ਉਹ ਕੀ ਹੈ ਕਿ ਜਦੋਂ ਆਪਾਂ ਆਪਣੀ ਖੁਸ਼ੀ ਦੇ ਲਈ ਪੜ੍ਹਦੇ ਆ। तो इंटेंसिव रीडिंग की गल करिए, इंटेंसिव रीडिंग की होंगी है जो कि आप एक सिलेबस या कोई आप किसी चीज़ की पूरी इन्फॉर्मेशन लैनी है,
ਕਿਸੇ ਕੰਮ ਵਾਸਤੇ ਜਾਂ ਕੋਈ ਵੀ ਆਪਣਾ ਏਮ ਨੂੰ ਪੂਰਾ ਕਰਨ ਦੇ ਲਈ ਉਹ ਹੁੰਦੀ ਹੈ ਇੰਟੈਂਸਿਵ ਰੀਡਿੰਗ। ਰੀਡਿੰਗ ਅ ਟੈਕਸਟ ਫॉर डिटेल्ड ਇਨਫੋਰਮੇਸ਼ਨ, ਰੀਡਿੰਗ ਫॉर प्लेजर, रीडिंग टू गैदर फैक्ट्स, सेम एज स्कैनिंग। ਹੁਣ ਆਪਾਂ ਕਹੀਏ ਕਿ ਇਹ ਪਲੇਜਰ ਵੀ ਨਹੀਂ ਹੋ ਸਕਦਾ, ਠੀਕ ਹੈ। ਪਲੇਜਰ ਦਾ ਮੈਂ ਕਿਉਂਕਿ ਮੈਂ ਕਿਹਾ ਕਿ ਐਕਸਟੈਂਸਿਵ ਰੀਡਿੰਗ ਜਿਹੜੀ ਹੁੰਦੀ ਉਹ ਆਪਾਂ ਪਲੇਜਰ ਦੇ ਲਈ ਕਰਦੇ ਆ। ਰੀਡਿੰਗ ਟੂ ਗੈਦਰ ਫੈਕਟਸ, ਸਿਰਫ ਫੈਕਟਸ ਵੀ ਇਕੱਠੇ ਨਹੀਂ ਕਰਨੇ, ਸਕੈਨਿੰਗ ਵੀ ਨਹੀਂ ਕਰਨੀ। ਸਕੈਨਿੰਗ ਦਾ ਮਤਲਬ ਜਿੱਦਾਂ ਕਿ ਉਹੀ ਹੋ ਗਿਆ ਸਕੀਮਿੰਗ, ਜਿੱਦਾਂ ਕਿ ਉਹਨੂੰ ਇੱਕ ਵਾਰੀ ਬਸ ਉਹਦੀ ਹੈਡਿੰਗਸ ਪੜ੍ਹ ਲਈਆਂ ਜਾਂ ਕੁਛ, ਠੀਕ ਹੈ। ਰੀਡਿੰਗ ਅ ਟੈਕਸਟ ਫॉर डिटेल्ड ਇਨਫੋਰਮੇਸ਼ਨ, डिटेल्ड ਇਨਫੋਰਮੇਸ਼ਨ ਵਾਸਤੇ ਪੜ੍ਹਨਾ ਉਹਨੂੰ ਆਪਾਂ ਕਹਿੰਦੇ ਆ ਇੰਟੈਂਸਿਵ ਰੀਡਿੰਗ। ਉਹ ਡਿਟੇਲ ਇਨਫੋਰਮੇਸ਼ਨ ਕਾਹਦੇ ਲਈ ਹੈ, ਇੱਕ ਪਾਰਟਿਕੂਲਰ ਪਰਪਸ ਲਈ ਹੈ, ਉਸ ਪਰਪਸ ਨੂੰ ਕੰਪਲੀਟ ਕਰਨ ਦੇ ਲਈ ਹੈ। ਪੂਰੀ ਤਰ੍ਹਾਂ ਆਪਾਂ ਜਿਹੜਾ ਸਿਲੇਬਸ ਆਪਾਂ ਨੂੰ ਦਿੱਤਾ ਹੋਇਆ ਕਿ BS ਦੇ ਵਿੱਚ ਆ ਸਿਲੇਬਸ ਆਣਾ, ਉਹ ਸਿਲੇਬਸ ਨੂੰ ਪੂਰੇ ਡਿਟੇਲ ਦੇ ਵਿੱਚ ਪੜ੍ਹਦੇ ਆ, दैट इज दी इंटेंसिव रीड। नेक्स्ट आ जाइए रूल ओरिएंटेड ग्रामर। रूल ओरिएंटेड ਜਿਹਦੇ ਵਿੱਚ ਪਾਰਟਿਕੂਲਰ ਰੂਲਸ ਦਿੱਤੇ ਜਾਂਦੇ ਆ, ਉਸ ਗ੍ਰਾਮਰ ਨੂੰ ਆਪਾਂ ਕੀ ਕਹਿੰਦੇ ਆ, ਫਾਰਮਲ ਗ੍ਰਾਮਰ, ਫੰਕਸ਼ਨਲ ਗ੍ਰਾਮਰ, ਇੰਟਰੋਗੇਟਿਵ ਜਾਂ ਫਾਰਮੇਟਿਵ। ਇਹਦੇ ਵਿੱਚ ਆਪਾਂ ਗੱਲ ਕਰੀਏ ਇੰਟਰੋਗੇਟਿਵ ਜਾਂ ਫਾਰਮੇਟਿਵ ਦੀ। ਪਹਿਲਾਂ ਇੰਟਰੋਗੇਟਿਵ ਕੀ ਹੈ, ਕੁਐਸਚਨਸ ਪੁੱਛਣੇ ਆ, ਉਹਦੇ ਵਿੱਚ ਗ੍ਰਾਮਰ ਦਾ ਆਪਾਂ ਕੀ ਕਹੀਏ ਕਿ ਉਹ ਕੱਲੀ ਗ੍ਰਾਮਰ ਨੂੰ ਕੀ ਐਕਸਪਲੇਨ ਕਰੇਗਾ। ਜਾਂ ਫਿਰ ਆਪਾਂ ਗੱਲ ਕਰੀਏ ਫਾਰਮੇਟਿਵ ਦੀ। ਫਾਰਮੇਟਿਵ ਕੀ ਹੁੰਦਾ ਕਿ ਕਿਸੇ ਚੀਜ਼ ਦੇ ਆਪਾਂ ਜਿਹੜੇ ਆ ਉਹਦੀ ਮੀਨਸ ਕਿ ਫਾਰਮਸ ਦੇ ਵਿੱਚ ਆਪਾਂ ਉਹਨੂੰ ਕਰਨਾ, ਜਿੱਦਾਂ ਇਵੈਲੂਏਟ ਕਰਨਾ, ਉਹ ਚੀਜ਼ ਆ ਜਾਂਦੀ ਫਾਰਮੇਟਿਵ ਦੇ ਵਿੱਚ। ਉਹਨਾਂ ਬਾਰੇ ਬੱਚੇ ਆਪਣੇ ਕੋਲ ਫਾਰਮਲ ਗ੍ਰਾਮਰ ਔਰ ਫੰਕਸ਼ਨਲ ਗ੍ਰਾਮਰ। ਰੂਲ ਓਰੀਐਂਟਡ ਫੰਕਸ਼ਨਲ ਗ੍ਰਾਮਰ ਦੇ ਵਿੱਚ ਕੀ ਹੁੰਦਾ, ਫੰਕਸ਼ਨਲ ਗ੍ਰਾਮਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੁੰਦਾ ਕਿ ਇਹ ਲਿੰਗਸ ਜਿਹੜੀ ਹੈ ਬਣੇ ਆ, ਉਹ ਕਿੱਥੋਂ ਕੀ ਸਟਰਕਚਰ ਹੈ, ਕੀ ਨਹੀਂ ਹੈਗਾ, ਉਹ ਸਾਰੀ ਚੀਜ਼ਾਂ ਨੂੰ ਐਕਸਪਲੇਨ ਕਰਦਾ, दैट इज दी फंक्शनल ग्रामर। ਉਹਦੇ ਪਿੱਛੇ ਕੀ ਫੰਕਸ਼ਨ ਕੰਮ ਕਰਦਾ। ਫਾਰਮਲ ਗ੍ਰਾਮਰ ਜਿਹੜੀ ਹੈ ਉਹ ਆਪਣੀ ਹੁੰਦੀ ਹੈ ਰੂਲ ਓਰੀਐਂਟਡ। ਉਹਦੇ ਵਿੱਚ ਪਾਰਟਿਕੂਲਰ ਰੂਲਸ ਦਿੱਤੇ ਜਾਂਦੇ ਆ, ਐਡਜੈਕਟਿਵ ਆ ਹੈ, ਐਡਵਰਬ ਆ ਹੈ, ਵਰਬ ਆ ਹੈ, ਉਹਨੂੰ ਆਪਾਂ ਇੱਥੇ ਯੂਜ਼ ਕਰਨਾ, ਉਹਨੂੰ ਆਪਾਂ ਇੱਥੇ ਯੂਜ਼ ਕਰਨਾ, ਉਹ ਆਪਣੀ ਹੁੰਦੀ ਹੈ ਫਾਰਮਲ ਗ੍ਰਾਮਰ। ਫਾਰਮਲ ਗ੍ਰਾਮਰ ਦੇ ਵਿੱਚ ਆਪਾਂ ਸਾਰੇ ਰੂਲਸ ਰੈਗੂਲੇਸ਼ਨ ਦੀ ਗੱਲ ਕਰਦੇ ਹਾਂ, ਠੀਕ ਹੈ। ਫੰਕਸ਼ਨਲ ਦੇ ਵਿੱਚ ਕਿਹੜੀ ਗੱਲ ਹੁੰਦੀ ਹੈ, ਫੰਕਸ਼ਨਲ ਦੇ ਵਿੱਚ ਉਹਦਾ ਜਿਹੜਾ ਬਾਕੀ ਸਾਰੇ ਇਫੈਕਟਸ ਹੈ ਉਹ ਕਿਸ ਤਰ੍ਹਾਂ ਬਣੀ, ਉਹਦੇ ਵਿੱਚ ਕੀ ਥਿੰਕਿੰਗ ਹੈ, ਕੀ ਲੌਜਿਕ ਹੈ, ਇਸ ਚੀਜ਼ ਨੂੰ ਚੱਕਿਆ ਜਾਂਦਾ, ਰਾਈਟ। नेक्स्ट आ जाइए, अ सेट ऑफ लिसनिंग कॉम्प्रीहेंशन इज अ टेस्ट ऑफ। लिसनिंग कॉम्प्रीहेंशन का टेस्ट लेना वो की है, वो अपनी रिसेप्टिव स्किल है, प्रोडक्टिव स्किल है, फोनोलॉजी है या सिंटैक्स है। पहली गल तो असं गल की है कि अ सेट ऑफ लिसनिंग कॉम्प्रीहेंशन इज अ टेस्ट ऑफ, कादा टेस्ट है लिसनिंग कॉम्प्रीहेंशन। फोनोलॉजी, फोनोलॉजी की हुंदी है स्टडी ऑफ साउंड, ਜਿਹੜੀ ਹੈ ਸਾਊਂਡਸ ਦੀ ਸਟੱਡੀ ਕਰਦੀ ਹੈ, ਉਹ ਹੁੰਦੀ ਹੈ ਫੋਨੋਲੋਜੀ। ਅੰਡਰ ਫੋਨੈਟਿਕਸ ਜਿਹੜੀ ਹੈ ਇਹ ਆਪਣੀ ਆਉਂਦੀ ਹੈ ਸਿੰਟੈਕਸ। ਸਿੰਟੈਕਸ ਮੈਂ ਪਹਿਲਾਂ ਵੀ ਕਲੀਅਰ ਕੀਤਾ ਕਿ ਕਿਸੇ ਚੀਜ਼ ਦਾ ਜਿਹੜਾ ਇੱਕ ਸਟਰਕਚਰ ਜਿਹੜਾ ਹੈ ਇੱਕੋ ਬਣਿਆ ਹੋਇਆ, ਉਹਨੂੰ ਆਪਾਂ ਕਹਿੰਦੇ ਆ ਸਿੰਟੈਕਸ, ਠੀਕ ਹੈ। ਰਿਸੈਪਟਿਵ ਸਕਿੱਲ, ਰਿਸੀਵ ਕਰਨਾ ਕਿਸੇ ਚੀਜ਼ ਨੂੰ। ਪ੍ਰੋਡਕਟਿਵ ਸਕਿੱਲ, ਪ੍ਰੋਡਿਊਸ ਕਰਨਾ। ਇੱਥੇ ਗੱਲ ਹੋਈ ਹੈ ਲਿਸਨਿੰਗ। ਜਦੋਂ ਆਪਾਂ ਸੁਣਦੇ ਆ ਆਪਾਂ ਰਿਸੀਵ ਕਰਦੇ ਆ, ਠੀਕ ਹੈ। ਉਹਦੇ ਵਿੱਚ ਆਪਾਂ ਕੁਝ ਬੋਲ ਨਹੀਂ ਰਹੇ, ਉਹਦੇ ਵਿੱਚ ਆਪਾਂ ਸੁਣ ਰਹੇ ਹਾਂ। ਅ ਸੈਟ ਆਫ ਲਿਸਨਿੰਗ ਕੰਪਰੀਹੈਂਸ਼ਨ ਕਿ ਆਪਾਂ ਕਿਸੇ ਚੀਜ਼ ਦਾ ਆਨਸਰ ਸੁਣ ਕੇ ਦਿੱਤਾ ਨਾ, ਉਹਨੂੰ ਆਪਾਂ ਸੁਣਿਆ ਮੀਨਸ ਕਿ ਉਹਦੇ ਵਿੱਚ ਆਪਾਂ ਆਪਣਾ ਕੁਝ ਵੀ ਪ੍ਰੋਡਿਊਸ ਨਹੀਂ ਕੀਤਾ, ਜੋ ਆਪਾਂ ਸੁਣਿਆ ਆਪਾਂ ਉਹਨੂੰ ਹੀ ਬੋਲ ਰਹੇ ਹਾਂ ਜਾਂ ਉਹਨੂੰ ਹੀ ਲਿਖ ਰਹੇ ਹਾਂ। ਸੋ ਲਿਸਨਿੰਗ ਕੰਪਰੀਹੈਂਸ਼ਨ ਕਿਹੜੀ ਆ ਜਾਏਗੀ ਸਕਿੱਲ, ਰਿਸੈਪਟਿਵ ਸਕਿੱਲ ਹੈ। ਕਿਉਂ, ਕਿਉਂਕਿ ਇਹਦੇ ਵਿੱਚ ਆਪਣਾ ਕੁਝ ਵੀ ਨਵਾਂ ਪ੍ਰੋਡਿਊਸ ਨਹੀਂ ਕੀਤਾ, ਜੋ ਵੀ ਆਪਾਂ ਸੁਣਦੇ ਆ ਉਸੇ ਚੀਜ਼ ਨੂੰ ਆਪਾਂ ਜਿਹੜੀ ਹੈ बोलते या लिखते हैं, उस चीज का आंसर देंगे, राइट। नेक्स्ट आ जाइए, द ऑब्जेक्टिव ऑफ रेमेडियल टीचिंग। रेमेडियल टीचिंग द ऑब्जेक्टिव की है। रेमेडियल टीचिंग द ऑब्जेक्टिव आपको सही समझ आएगा जी, अपन पहला पता होगा कि रेमेडियल टीचिंग, रेमेडियल टीचिंग की होता है। रेमेडियल टीचिंग का मतलब होता है कि ਜਦੋਂ ਮੀਨਸ ਕਿ ਆਪਾਂ ਕਿਸੇ ਬੱਚੇ ਦੀ ਉਸ ਚੀਜ਼ ਨੂੰ ਟਾਰਗੇਟ ਕਰਨਾ, ਮੀਨਸ ਕਿ ਉਸ ਆਪਾਂ ਇਹ ਚੈੱਕ ਕਰਦੇ ਆ ਕਿ ਬੱਚਾ ਇੱਥੇ ਲੈਕ ਕਰ ਰਿਹਾ, ਉਹਦੇ ਵਿੱਚ ਆ ਜਿਹੜੀ ਪ੍ਰੋਬਲਮ ਆ ਰਹੀ ਹੈ, ਉਹਦੇ ਵਿੱਚ ਜਿਹੜੀ ਕਿਤੇ ਉਹਦੀ ਲਰਨਿੰਗ ਨਹੀਂ ਹੋ ਰਹੀ ਹੈ, ਕਿੱਥੇ ਬੱਚਾ ਲੈਕ ਕਰ ਰਿਹਾ, ਉਸ ਪਾਰਟਿਕੂਲਰ ਚੀਜ਼ ਨੂੰ ਆਪਾਂ ਕਿੱਦਾਂ ਜਿਹੜਾ ਆ ਉਸ ਲੈਕਿੰਗ ਨੂੰ ਖਤਮ ਕਰ ਸਕਦੇ ਹਾਂ, ਬੱਚੇ ਨੂੰ ਆਪਾਂ ਕਿੱਦਾਂ ਕਿਸੇ ਟੀਚ ਕਰਵਾ ਸਕਦੇ ਹਾਂ ਪਾਰਟਿਕੂਲਰ ਏਰੀਆਜ਼ ਲਈ ਜਿਹੜੇ ਕਿ जिस एरिया बच्चा जो थोड़ा पिछे रह रहा है। ऑप्शंस की देते हैं, टू प्रोवाइड लर्निंग सपोर्ट टू pupils who lag far behind their counterparts, मींस कि
ਉਹਨਾਂ ਬੱਚਿਆਂ ਨੂੰ ਲਰਨਿੰਗ ਸਪੋਰਟ ਦੇਣੀ, ਉਹਨਾਂ ਸਟੂਡੈਂਟਸ ਨੂੰ ਲਰਨਿੰਗ ਸਪੋਰਟਸ ਦੇਣੀ ਜਿਹੜੇ ਕਿ ਆਪਣੇ ਕਾਊਂਟਰ ਪਾਰਟਸ ਤੋਂ ਕਾਫੀ ਪਿੱਛੇ ਰਹਿ ਗਏ ਨੇ, ਕਿ ਜੋ ਉਹਨਾਂ ਦੇ ਬਾਕੀ ਹੁਣ ਜਿਹੜੇ ਤੋਂ ਅੱਗੇ ਵਧ ਰਹੇ ਆ, ਪਾਰਟਿਕੂਲਰ ਏਰੀਆ ਤੋਂ ਪਿੱਛੇ ਰਹਿ ਰਹੇ ਆ, ਉਹਨਾਂ ਨੂੰ ਲਰਨਿੰਗ ਸਪੋਰਟ ਦੇਣੀ, ਉਹਨੂੰ ਆਪਾਂ ਕਹਿੰਦੇ ਆ ਰੈਮੀਡੀਅਲ ਟੀਚਿੰਗ। ਟੂ ਪ੍ਰੋਵਾਈਡ ਫਾਈਨੈਂਸ਼ੀਅਲ ਅਸਿਸਟੈਂਸ ਟੂ ਪੂਅਰ ਸਟੂਡੈਂਟਸ, ਗਰੀਬ ਬੱਚਿਆਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਣੀ है रेमेडियल टीचिंग। टू असिस्ट स्टूडेंट्स इन द ओवरऑल डेवलपमेंट ऑफ पर्सनैलिटी, कि बच्चे की ओवरऑल पर्सनैलिटी ਨੂੰ ਡਿਵੈਲਪ ਕਰਨਾ, ਉਹਨੂੰ ਆਪਾਂ ਰੈਮੀਡੀਅਲ ਟੀਚਿੰਗ ਕਹਿੰਦੇ ਆ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੀ ਗੱਲ ਕਹੀ ਮੈਂ ਕਿਹਾ ਕਿ ਰੈਮੀਡੀਅਲ ਟੀਚਿੰਗ ਕੀ ਹੈ? ਰੈਮੀਡੀਅਲ ਟੀਚਿੰਗ ਦਾ ਮਤਲਬ ਹੈ ਕਿ ਇੱਕ ਪਹਿਲਾਂ ਇਹ ਚੈੱਕ ਕਰਨਾ ਕਿ ਬੱਚਾ ਕਿੱਥੇ ਲੈਕ ਕਰ ਰਿਹਾ, ਕਿਸ ਜਗ੍ਹਾ ਤੇ ਉਹ ਪਿੱਛੇ ਰਹਿ ਰਿਹਾ, ਫਿਰ ਉਸ ਚੀਜ਼ ਲਈ ਉਹ ਸਟ੍ਰੈਟੇਜੀ ਅਪਣਾਣੀ ਕਿ ਉਸ ਚੀਜ਼ ਨੂੰ ਆਪਾਂ ਕਿੱਦਾਂ ਕਿ ਅੱਗੇ ਲੈ ਕੇ ਜਾ ਸਕਦੇ, ਉਸ ਲੈਕਿੰਗ ਨੂੰ ਕਿੱਦਾਂ ਖਤਮ ਕਰਦੇ, ਉਹਨੂੰ ਕਹਿੰਦੇ ਆ ਰੈਮੀਡੀਅਲ। फर्स्ट जो ऑप्शन दिता वो सही क्या ना, टू प्रोवाइड लर्निंग सपोर्ट टू pupils who lag far behind their counterparts, जो कि अपने काउंटरपार्ट्स ਤੋਂ ਕਾਫੀ ਪਿੱਛੇ ਰਹਿ ਗਏ ਆ, ਉਹਨਾਂ ਨੂੰ ਲਰਨਿੰਗ ਸਪੋਰਟ ਦੇਣੀ, ਉਹਨੂੰ ਆਪਾਂ ਕਹਿੰਦੇ ਆ ਰੈਮੀਡੀਅਲ ਟੀਚਿੰਗ। ਕਿ ਜਿੱਥੇ ਬੱਚੇ ਨੇ ਲੈਕ ਕੀਤਾ ਉਸ ਚੀਜ਼ ਨੂੰ ਗਰੋ ਕਰਵਾਉਣਾ, ਰਾਈਟ। नेक्स्ट आ जाइए अपा, कंटिन्यूअस एंड कॉम्प्रिहेंसिव इवेल्युएशन इज टू, कंटिन्यूअस एंड कॉम्प्रिहेंसिव इवेल्युएशन CCE, कंटिन्यूअस लगातार, कॉम्प्रिहेंसिव का मतलब होंगे मीन कि जिदा आप कह लीए कि सारे जो भी ओवरऑल हर चीज को लैके जी करनी कॉम्प्रिहेंसिव जी इवेल्युएशन होनी, ਉਹਨੂੰ ਆਪਾਂ ਉਹ ਮੀਨ ਕਿ ਜੋ ਵੀ ਅੱਜ ਤੱਕ ਕਰਵਾਇਆ ਉਸ ਚੀਜ਼ ਨੂੰ ਆਪਾਂ ਲਗਾਤਾਰ ਆਪਾਂ ਉਸ ਚੀਜ਼ ਨੂੰ ਲੈ ਕੇ ਚੱਲਣਾ, ਇਵੈਲੂਏਟ ਕਰਦੇ ਜਾਣਾ। assess all aspects of a student development on a continuous basis throughout the year, ਪੂਰੇ ਸਾਲ ਦੇ ਵਿੱਚ ਜੋ ਆਪਾਂ ਮੀਨ ਕਿ ਜਿੰਨੇ ਵੀ ਬੱਚੇ ਨੇ ਜੋ ਸਿੱਖਿਆ ਉਹਦੀ ਅਸੈਸਮੈਂਟ ਕਰਨੀ, ਉਹ ਮੀਨ ਕਿ ਪੂਰੇ ਸਾਲ ਦੇ ਅਕੋਰਡਿੰਗਲੀ ਬੱਚੇ ਨੇ ਕੀ ਸਿੱਖਿਆ ਕੀ ਨਹੀਂ। give diagnostic test to the students at regular intervals, हर थोड़े थोड़े टाइम बाद मीनस कि ਉਹਨੂੰ ਡਾਇਗਨੋਜ਼ ਕਰਨਾ, ਸਟੂਡੈਂਟ ਨੂੰ ਚੈੱਕ ਕਰਨਾ ਕਿ ਬੱਚੇ ਨੇ ਕੀ ਸਿੱਖਿਆ ਹੈ, ਕਿੱਦਾਂ ਸਿੱਖਿਆ ਹੈ, ਕਿ ਕਿੱਥੇ ਉਹਨੂੰ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਕਿੱਥੇ ਨਹੀਂ ਆ ਰਹੀ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਕੰਟੀਨਿਊਅਸ ਐਂਡ ਕੰਪ੍ਰੀਹੈਂਸਿਵ ਅਸੈਸਮੈਂਟ ਇਵੈਲੂਏਸ਼ਨ। ਅਸੈਸ ਸਟੂਡੈਂਟਸ ਅਕੈਡਮਿਕ ਅਚੀਵਮੈਂਟ, ਬੱਚਿਆਂ ਦੀ ਅਕੈਡਮਿਕ ਅਚੀਵਮੈਂਟ ਨੂੰ ਅਸੈਸ ਕਰਨਾ, ਚੈੱਕ ਕਰਨਾ ਬੱਚੇ ਨੇ ਕੀ ਸਿੱਖਿਆ ਜਾਂ ਆਲ ਆਫ ਦ ਅਬਵ। अपनी कंटिन्यूअस एंड कॉम्प्रीहेंसिव इवैल्यूएशन ਦੇ ਵਿੱਚ ਇਹ ਸਾਰਾ ਕੁਝ ਹੀ ਆ ਜਾਂਦਾ ਹੈ। ਇਹ ਸਾਰਾ ਕੁਝ ਜਿਹੜਾ ਆ ਉਹਨੂੰ ਆਪਾਂ ਕਹਿੰਦੇ ਆ ਕਿ ਕੰਟੀਨਿਊਅਸ ਐਂਡ ਕੰਪ੍ਰੀਹੈਂਸਿਵ ਇਵੈਲੂਏਸ਼ਨ ਹੈ। ਉਹਦੇ ਵਿੱਚ ਆਪਾਂ ਇੱਕ ਬੱਚੇ ਦੀ ਪੂਰੀ ਓਵਰਆਲ ਡਿਵੈਲਪਮੈਂਟ ਨੂੰ ਵੀ ਚੈੱਕ ਕਰਦੇ ਆ, ਪੂਰੇ ਸਾਲ ਵਿੱਚ ਬੱਚੇ ਨੇ ਕੀ ਸਿੱਖਿਆ ਉਸ ਚੀਜ਼ ਨੂੰ ਵੀ ਚੈੱਕ ਕਰਦੇ ਆ, ਤੇ ਉਹ ਜਿਹੜੀ ਹੈ ਉਹਨੂੰ ਆਪਾਂ ਕਹਿੰਦੇ ਕਿ ਉਹਨੇ ਕਿੱਥੇ ਕਿੱਥੇ ਕੀ ਅਚੀਵ ਕੀਤਾ, ਉਹਦੀ ਅਕੈਡਮਿਕ ਅਚੀਵਮੈਂਟਸ, ਉਹਦੀ ਰੈਗੂਲਰ ਉਹਦੀ ਪਰਸਨੈਲਿਟੀ ਕਿਦਾਂ ਡਿਵੈਲਪ ਹੋਏਗੀ, ਹਰ ਚੀਜ਼ ਜਿਹੜੀ ਹੈ ਕੰਟੀਨਿਊਅਸ ਐਂਡ ਕੰਪ੍ਰੀਹੈਂਸਿਵ ਉਹਦੇ ਇਵੈਲੂਏਸ਼ਨ ਦੇ ਵਿੱਚ ਆ ਜਾਂਦੀ ਹੈ। तो ਇਹਦਾ ਆਨਸਰ ਕੀ ਆ ਜਾਏਗਾ? all of the above। ਸੋ ਅੱਜ ਆਪਾਂ ਜਿਹੜੇ ਕੁਐਸਚਨ ਕੀਤੇ ਉਹਦੇ ਵਿੱਚ ਆਪਾਂ ਡਿਫਰੈਂਟ ਪਾਰਟਸ ਜਿਹੜੇ ਆਪਣੇ ਪੈਡਾਗੋਜੀ ਦੇ ਪੜ੍ਹੇ, ਇਹਦੇ ਵਿੱਚ ਆਪਾਂ ग्रामर की गल भी की, लर्निंग एक्विजिशन की गल भी की, कॉम्प्रीहेंसिव असैसमेंट की भी गल हो गई, या इंटेंसिव रीडिंग मीन कि हर जो क्वेश्चन आप कवर करने की कोशिश की, तो आने वाले टाइम के आप होर भी अगे करते जावे। सो दिस इज ऑल फॉर टुडे, थैंक यू।